ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਗੇ ਦਸਪਤ ਸਾਹ ਕੇ ਸਿੱਖ ਸੰਗਤ ਗੁਰਦਾਸ। ਨਮਸਕਾਰ ਮੇਰੀ ਸਭਨ ਸੁਨੋ ਇਹੀ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੇ ਚਰਨਾਂ 'ਚ ਸੰਧਿਆ ਦੇ ਦੀਵਾਨਾਂ 'ਚ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਹੁਣ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਜੋ ਕਥਾ ਲੜੀਵਾਰ ਚੱਲ ਰਹੀ ਹੈ, ਮਹਾਂਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਜੋ ਇਹ ਗ੍ਰੰਥ ਲਿਖਿਆ ਹੈ, 12 ਰਾਸਾਂ 6 ਰੁੱਤਾਂ 2 ਐਨਾਂ ਵਿੱਚ ਸੰਪੂਰਨ ਕੀਤਾ ਹੈ। ਇਹਦੀਆਂ 3 ਰਾਸਾਂ ਕੱਲ੍ਹ ਸੰਪੂਰਨ ਹੋ ਗਈਆਂ। ਚੌਥੀ ਰਾਸ ਦੀ ਕਥਾ ਸ਼ੁਰੂ ਹੋ ਰਹੀ ਹੈ। ਕਵੀ ਜੀ 10 ਪਾਤਸ਼ਾਹੀਆਂ ਦਾ ਮੰਗਲ ਕਰਕੇ ਕਥਾ ਨੂੰ ਆਰੰਭ ਕਰਦੇ ਨੇ। ਆਓ ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਗੇ ਦਸਪਤ ਸਾਹ ਕੇ। 10 ਪਾਤਸ਼ਾਹੀਆਂ ਨੂੰ ਯਾਦ ਕਰਕੇ ਫਿਰ ਉਹਨਾਂ ਦੇ ਅੱਗੇ ਜੋ ਗੁਰੂ ਕੇ ਸਿੱਖ ਗੁਰੂ ਖਾਲਸਾ ਪੰਥ ਹੈ, ਸਿੱਖ ਸੰਗਤ ਗੁਰ ਤਾ ਦਾਸ। ਗੁਰੂ ਕੀ ਜੋ ਸੰਗਤ ਹੈ, ਗੁਰੂ ਕੇ ਸਿੱਖ ਹਨ, ਗੁਰੂ ਦੇ ਦਾਸ, ਗੁਰੂ ਦੇ ਪਿਆਰੇ, ਬ੍ਰਹਮ ਗਿਆਨੀ ਮਹਾਂਪੁਰਸ਼, ਨਾਮ ਜਪਣ ਵਾਲੇ ਗੁਰੂ ਦੇ ਲਾਲ ਹਨ। ਨਮਸਕਾਰ ਮੇਰੀ ਸਭਨ। ਨਮਸਕਾਰ ਮੇਰੀ ਸਭਨ, ਉਹਨਾਂ ਸਾਰਿਆਂ ਨੂੰ ਮੇਰੀ ਨਮਸਕਾਰ ਹੈ। ਸੁਣੋ ਇਹੀ ਅਰਦਾਸ। ਮੇਰੀ ਅਰਦਾਸ ਬੇਨਤੀ ਸੁਣੋ। ਸਾਰੇ ਹੀ ਮਹਾਂਪੁਰਸ਼, ਸਾਰੇ ਹੀ ਸ਼ਹੀਦ ਸਿੰਘ ਅਤੇ ਗੁਰੂ ਸਾਹਿਬ ਮੇਰੀ ਸਹਾਇਤਾ ਕਰੋ। ਸਤਿਗੁਰ ਚਰਨ ਸਰੋਜ ਕੋ। ਸਤਿਗੁਰੂ ਜੀ ਦੇ ਜੋ ਪਵਿੱਤਰ ਪਾਵਨ ਚਰਨ ਕਮਲ ਹਨ, ਮਾਨਸ ਮਾਨਸ ਹੋਏ, ਉਹ ਮਨ ਰੂਪੀ ਸਰੋਵਰ ਦੇ ਵਿੱਚ ਵਸਾਏ ਹਨ। ਮਾਨਸ ਜਨਮ ਸਕਾਰ ਥਾ। ਕਹਿੰਦੇ ਮੇਰਾ ਮਨੁੱਖਾ ਜਨਮ ਸਫਲ ਹੋ ਜਾਵੇ। ਮਾਨਸ ਤਰ ਹੈ ਸੋਏ। ਜਿਹੜਾ ਮਨੁੱਖਾ ਜਨਮ ਸਫਲਾ ਕਰੇਗਾ ਉਹ ਮਨੁੱਖ ਸੰਸਾਰ ਸਾਗਰ ਤੋਂ ਤਰ ਜਾਏਗਾ। ਕਵੀ ਜੀ ਨੇ ਯਮਕ ਅਲੰਕਾਰ ਵਰਤਿਆ ਹੈ। ਮਾਨਸ ਪਦ ਦੇ ਸਾਰੇ ਅਰਥ ਇੱਕੋ ਦੋਹਰੇ ਵਿੱਚ ਵਰਣਨ ਕਰ ਦਿੱਤੇ ਹਨ। ਹਾਂਜੀ। ਚੌਪਈ ਸਭ ਸੰਤਨ ਕੋ ਕਰ ਕਰ ਬੰਦਨ। ਸਾਰਿਆਂ ਸੰਤਾਂ ਨੂੰ ਨਮਸਕਾਰ ਹੈ, ਬਾਰ-ਬਾਰ ਨਮਸਕਾਰ ਹੈ। ਕਹੂੰ ਕਥਾ ਸਭ ਬਿਘਨ ਨਿਕੰਦਨ। ਬਿਘਨਾਂ ਨੂੰ ਦੂਰ ਕਰਨ ਵਾਲੇ ਸਤਿਗੁਰੂ ਜੀ ਦੀ ਕਥਾ ਵਰਣਨ ਕਰਦੇ ਹਾਂ। 3 ਰਾਸ ਮੈਂ ਪੂਰਨ ਕਰੀ। ਇਹ ਗੁਰਪ੍ਰਤਾਪ ਸੂਰਜ ਗ੍ਰੰਥ 12 ਰਾਸਾਂ 6 ਰੁੱਤਾਂ ਤੇ 2 ਐਨਾਂ ਵਿੱਚ ਲਿਖਿਆ ਹੋਇਆ ਹੈ। ਕਵੀ ਜੀ ਕਹਿੰਦੇ 3 ਰਾਸਾਂ ਇਹਦੇ ਵਿੱਚ ਪਹਿਲਾਂ ਪੂਰੀਆਂ ਕਰ ਦਿੱਤੀਆਂ ਹਨ। ਕਥਾ ਗੁਰਨ ਕੀ ਸੁੰਦਰ ਧਰੀ। ਸਤਿਗੁਰਾਂ ਦੀ ਸੋਹਣੀ ਕਥਾ ਬਿਆਨ ਕਰ ਰਹੇ ਹਾਂ, ਜੋ ਕਿ ਵੱਡੇ ਬਜ਼ੁਰਗਾਂ ਤੋਂ ਸਰਵਣ ਕੀਤੀ ਹੈ। ਪੁੱਛਿਓ ਸਭ ਸਿੱਖਨ ਹਿਤ ਕਰਕੇ। ਗੁਰੂ ਖਾਲਸੇ ਨੇ ਪ੍ਰੇਮ ਦੇ ਨਾਲ ਹੱਥ ਜੋੜ ਕੇ ਪੁੱਛਿਆ, ਕਥਾ ਗੁਰਨ ਕੀ ਕਹੋ ਵਿਚਰ ਕੇ। ਕਿ ਭਾਈ ਸਾਹਿਬ ਜੀ ਸਤਿਗੁਰਾਂ ਦੀ ਕਥਾ ਸਾਨੂੰ ਪ੍ਰੇਮ ਨਾਲ ਸਰਵਣ ਕਰਾਓ। ਰਾਮ ਕੋਇਰ ਸੋ ਸਕਲ ਉਚਾਰੀ। ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ ਪਿੰਡ ਰਮਦਾਸ ਵਿੱਚ ਰਹਿੰਦੇ ਸਨ। ਬਾਬੇ ਬੁੱਢੇ ਸਾਹਿਬ ਜੀ ਦੀ 7ਵੀਂ ਪੀੜ੍ਹੀ ਵਿੱਚ ਮਹਾਂਪੁਰਸ਼ ਹੋਏ ਨੇ। ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਭਾਨਾ ਜੀ, ਭਾਨਾ ਜੀ ਦੇ ਝੰਡਾ ਜੀ, ਝੰਡਾ ਜੀ ਦੇ ਸਰਵਣ ਜੀ, ਸਰਵਣ ਜੀ ਦੇ ਜਲਾਲ ਜੀ, ਜਲਾਲ ਜੀ ਦੇ ਗੁਰਦਿੱਤਾ ਜੀ, ਅੱਗੇ ਭਾਈ ਰਾਮ ਕੋਇਰ ਸਾਹਿਬ ਜੀ। ਇਸ ਤਰ੍ਹਾਂ ਇਹਨਾਂ ਦੀ ਬੰਸਾਵਲੀ ਚੱਲੀ ਹੁੰਦੀ ਹੈ। ਸੋ ਸਾਧ ਸੰਗਤ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ ਵਿੱਚੋਂ ਭਾਈ ਰਾਮ ਕੋਇਰ ਜੀ ਕੋਲ ਸਾਰੇ ਪਿਆਰੇ ਗੁਰਖ ਸਿੱਖ ਭਾਈ ਸਾਹਿਬ ਸਿੰਘ ਲਿਖਾਰੀ ਆਦਿਕ ਬੇਨਤੀ ਕਰਦੇ ਨੇ ਕਿ ਸਾਨੂੰ ਗੁਰੂ ਸਾਹਿਬ ਦਾ ਇਤਿਹਾਸ ਅੱਗੇ ਵੀ ਸੁਣਾਓ। ਸੁੰਦਰ ਬਿਦ ਜੁਤ ਬਹੁ ਵਿਸਤਾਰੀ। ਬੜੀ ਸੋਹਣੀ ਕਥਾ ਜੋ ਭਾਈ ਸਾਹਿਬ ਜੀ ਭਾਈ ਰਾਮ ਕੋਇਰ ਜੀ ਖਾਲਸੇ ਨੂੰ ਸੁਣਾ ਰਹੇ ਨੇ। ਇਸ ਪ੍ਰਸੰਗ ਤੇ ਸਿੱਖਣ ਕਥਾ। ਉਹ ਜੋ ਕਥਾ ਭਾਈ ਰਾਮ ਕੋਇਰ ਜੀ ਨੇ ਸੁਣਾਈ ਸੀ ਤੇ ਸਾਹਿਬ ਸਿੰਘ ਲਿਖਾਰੀ ਨੇ ਲਿਖੀ ਸੀ, ਉਹਦੇ ਵਿੱਚੋਂ ਇਹ ਸਾਰੇ ਪ੍ਰਸੰਗ ਆ ਰਹੇ ਨੇ, ਕਿਉਂਕਿ ਗੁਰੂ ਘਰ ਦਾ ਇਤਿਹਾਸ ਅੱਖੀਂ ਵੇਖਿਆ ਹੈ। ਆਈ ਵਿਟਨੈਸ ਬਾਬਾ ਬੁੱਢਾ ਸਾਹਿਬ ਜੀ, ਭਾਈ ਝੰਡਾ ਜੀ, ਭਾਈ ਭਾਨਾ ਜੀ, ਭਾਈ ਝੰਡਾ ਜੀ
ਭਾਈ ਸਰਵਣ ਜੀ, ਭਾਈ ਜਲਾਲ ਜੀ, ਭਾਈ ਗੁਰਦਿੱਤਾ ਜੀ ਤੇ ਭਾਈ ਰਾਮ ਕੌਰ ਆਈ ਵਿਟਨੈਸ, ਜਿਨ੍ਹਾਂ ਨੇ 10 ਗੁਰੂ ਸਾਹਿਬਾਂ ਨੂੰ ਅੱਖਾਂ ਨਾਲ ਵੇਖਿਆ। ਉਹਨਾਂ ਦੀ ਸਾਰੀ ਜੋ ਹਿਸਟਰੀ ਸੀ ਉਹਨਾਂ ਨੇ ਲਿਖਾਈ। ਤੇ ਪਿੰਡ ਰਾਮਦਾਸ ਹੈ, ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ, ਬਾਬੇ ਡੇਰੇ ਬਾਬੇ ਨਾਨਕ ਦੇ ਲਾਗੇ। ਉੱਥੇ ਰਹਿੰਦੇ ਸੀ ਭਾਈ ਰਾਮ ਕੌਰ ਸਾਹਿਬ ਬ੍ਰਹਮ ਗਿਆਨੀ। ਮਹਾਂਪੁਰਸ਼ਾਂ ਕੋਲੋਂ ਸਿੰਘ ਬੇਨਤੀ ਕਰਦੇ ਹੈ ਕਿ ਸਾਨੂੰ ਅੱਗੇ ਵੀ ਕਥਾ ਸੁਣਾਓ। ਜਥਾ ਹੁਤੀ ਕਨ ਬਰਨੀ ਤਥਾ, ਜਿਵੇਂ ਭਾਈ ਰਾਮ ਕੌਰ ਜੀ ਨੇ ਵਰਣਨ ਕੀਤੀ ਸੀ ਉਵੇਂ ਹੀ ਅੱਗੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਵਰਣਨ ਕੀਤੀ। ਭਾਈ ਰਾਮ ਕੌਰ ਸਾਹਿਬ ਜੀ ਨੇ ਕਥਾ ਸੁਣਾਈ, ਸਾਹਿਬ ਸਿੰਘ ਲਿਖਾਰੀ ਨੇ ਲਿਖ ਲਈ ਤੇ ਸਾਧ ਸੰਗਤ ਜੀ ਸਾਹਿਬ ਸਿੰਘ ਲਿਖਾਰੀ ਅਤੇ ਹੋਰ ਸਿੰਘਾਂ ਨੇ ਜੋ ਪੋਥੀਆਂ ਉਹ ਬਣਾਈਆਂ। 500 ਸਾਖੀਆਂ ਕਹਿੰਦੇ ਆ, ਪਰ ਉਹਦੇ 'ਚੋਂ 100 ਸਾਖੀ ਸਾਨੂੰ ਮਿਲਦੀ, 400 ਅਲੋਪ ਹੋ ਗਈਆਂ। ਉਹ ਜਿਹੜੀਆਂ 500 ਸਾਖੀਆਂ ਸਨ ਜਾਂ ਹੋਰ ਪੋਥੀਆਂ ਸਨ, ਭਾਈ ਰਾਮ ਕੌਰ ਜੀ ਦੇ ਘਰ ਰਹੀਆਂ। ਭਾਈ ਰਾਮ ਕੌਰ ਜੀ ਦੇ ਪੁੱਤਰ ਭਾਈ ਮੋਹਰ ਸਿੰਘ ਜੀ ਦੀ ਘਰਵਾਲੀ ਬੀਬੀ ਪ੍ਰਧਾਨ ਮਹਾਰਾਜਾ ਪਟਿਆਲਾ ਦੇ ਸਰਦਾਰ ਆਲਾ ਸਿੰਘ ਦੀ ਪੁੱਤਰੀ ਸੀ। ਆਲਾ ਸਿੰਘ ਪਟਿਆਲਾ ਪਤੀ, ਜਿਹਦੇ ਨਾਂ ਦੇ ਪੱਟੀ ਆਲਾ ਸ਼ਹਿਰ ਵਸਿਆ ਹੈ। ਆਲਾ ਸਿੰਘ ਦੀ ਲੜਕੀ ਬੀਬੀ ਪ੍ਰਧਾਨ ਭਾਈ ਰਾਮ ਕੌਰ ਨੂੰ ਦੀ ਪੁੱਤਰ ਨੂੰ ਵਿਆਹੀ ਹੋਈ ਸੀ, ਨੂੰਹ ਲੱਗਦੀ ਸੀ। ਬੀਬੀ ਬੜੀ ਭਜਨ ਬੰਦਗੀ ਵਾਲੀ, ਨਾਮ ਜਪਣ ਵਾਲੀ ਸੀ ਅਤੇ ਸਾਧ ਸੰਗਤ ਜੀ ਅੱਗੇ ਚੱਲ ਕੇ ਇਹਦੇ ਪਤੀ ਜੀ ਚਲਾਣਾ ਕਰ ਗਏ ਸਨ। ਉਹ ਸਾਰੀਆਂ ਪੋਥੀਆਂ ਲੈ ਕੇ ਬਰਨਾਲੇ ਬਾਬਾ ਗਾਂਧਾ ਸਿੰਘ ਜੀ ਦੇ ਡੇਰੇ, ਬਾਬਾ ਗਾਂਧਾ ਸਿੰਘ ਨਿਰਮਲੇ ਮਹਾਂਪੁਰਸ਼ ਹੋਏ ਨੇ। ਬੀਬੀ ਪ੍ਰਧਾਨ ਨੇ ਉਹਨਾਂ ਦੇ ਨਾਮ ਤੇ ਲਗਭਗ 700 ਕਿੱਲਾ ਜ਼ਮੀਨ ਹੁਣ ਵੀ ਹੈ, ਜਿਹੜੀ ਬਾਬਾ ਗਾਂਧਾ ਸਿੰਘ ਜੀ ਨੂੰ ਬੀਬੀ ਪ੍ਰਧਾਨ ਨੇ ਅਰਦਾਸ ਕਰਾਈ ਸੀ। ਬੀਬੀ ਪ੍ਰਧਾਨ ਦੇ ਹੱਥ ਦੀ ਲਿਖੀ ਹੋਈ ਸਨਦ ਹੁਣ ਵੀ ਮੌਜੂਦ ਹੈ। ਬੀਬੀ ਪ੍ਰਧਾਨ ਨੇ ਉਹ 700 ਕਿੱਲਾ ਜ਼ਮੀਨ ਵੀ ਲਗਾਈ, ਉੱਥੇ ਸੰਤਾਂ ਮਹਾਂਪੁਰਸ਼ਾਂ ਦਾ ਸਥਾਨ ਬਣਾਇਆ, ਬੰਦਗੀ ਤੇ ਵਿਦਿਆ ਦਾ ਪ੍ਰਵਾਹ ਚਲਾਇਆ। ਬੜੇ ਬੜੇ ਵਿਦਵਾਨ ਉੱਥੇ ਵਿਦਿਆ ਪੜ੍ਹਦੇ ਰਹੇ, ਬਾਬੇ ਗਾਂਧਾ ਸਿੰਘ ਦੇ ਡੇਰੇ ਬਰਨਾਲੇ ਸ਼ਹਿਰ ਵਿੱਚ। ਫਿਰ ਸਾਧ ਸੰਗਤ ਜੀ ਬੀਬੀ ਪ੍ਰਧਾਨ ਦੇ ਚਲਾਣਾ ਕਰ ਜਾਣ ਤੋਂ ਬਾਅਦ ਉਹ ਪੋਥੀਆਂ ਮਹਾਰਾਜਾ ਪਟਿਆਲਾ ਦੇ ਖਜ਼ਾਨੇ 'ਚ ਆ ਗਈਆਂ। ਪਟਿਆਲੇ ਦੇ ਖਜ਼ਾਨੇ ਜਦੋਂ ਪਹੁੰਚੀਆਂ ਤੇ ਉਦੋਂ ਭਾਈ ਸੰਤੋਖ ਸਿੰਘ ਜੀ ਬੂੜੀਏ ਤੋਂ ਉੱਥੇ ਪਹੁੰਚ ਗਏ ਪਟਿਆਲੇ, ਤੇ ਪਟਿਆਲੇ ਤੋਂ ਮਹਾਰਾਜਾ ਉਦੈ ਸਿੰਘ ਜੀ ਕੈਥਲ ਵਾਲੇ ਉਹਨਾਂ ਨੂੰ ਆਪਣੇ ਕੋਲ ਕੈਥਲ ਲੈ ਗਏ। ਜਦੋਂ ਇਹ ਕਥਾ ਲਿਖੀ ਉਹ ਪੋਥੀਆਂ ਭਾਈ ਸਾਹਿਬ ਕੋਲ ਪਹੁੰਚ ਗਈਆਂ। ਕੁਝ ਹੋਰ ਵੀ ਇਤਿਹਾਸ ਜਿਹੜਾ ਭਾਈ ਮਨੀ ਸਿੰਘ ਦਾ ਲਿਖਿਆ ਹੋਇਆ ਪੁਰਾਤਨ ਹੋਰ ਪੋਥੀਆਂ ਉਹ ਵੀ ਮਿਲ ਗਈਆਂ, ਪਰ ਕਈ ਜਗ੍ਹਾ ਤੇ ਲੜੀ ਜੁੜਦੀ ਨਹੀਂ ਸੀ ਪੂਰੀ। ਕਹਿੰਦੇ ਇੱਕ ਨਿਹੰਗ ਸਿੰਘ ਜੀ ਨੀਲੇ ਬਾਣੇ ਵਾਲੇ ਦਮਾਲੇ ਸ਼ਸਤਰ ਵਸਤਰ ਪਹਿਨੇ ਹੋਏ ਦੁਪਹਿਰ ਵੇਲੇ ਭਾਈ ਸੰਤੋਖ ਸਿੰਘ ਦੇ ਘਰ ਆ ਗਏ ਕੈਥਲ। ਉਹ ਹਵੇਲੀ ਹੁਣ ਵੀ ਮੌਜੂਦ ਹੈ ਜਿੱਥੇ ਗ੍ਰੰਥ ਲਿਖਿਆ। ਦਾਸ ਨੇ ਕਈ ਵਾਰੀ ਦਰਸ਼ਨ ਕੀਤੇ। ਅਫਸੋਸ ਹੈ ਕਿ ਸਿੱਖ ਕੌਮ ਉਹ ਹਵੇਲੀ ਖਰੀਦ ਨਹੀਂ ਸਕੀ ਵਾਪਸ, ਉਹ ਬਾਣੀਆਂ ਕੋਲ ਹੈ। ਬਾਣੀਆਂ ਵੇਚਣਾ ਚਾਹੁੰਦੇ ਆ ਪਰ ਸਿੱਖ ਜਿਹੜੇ ਨਾ ਇਸ ਪਾਸੇ ਧਿਆਨ ਨਹੀਂ ਦੇ ਰਹੇ। ਸਾਡੀ ਇਤਿਹਾਸਕ ਵਿਰਾਸਤ ਹੈ। ਅੰਗਰੇਜ਼ਾਂ ਨੇ ਸ਼ੇਕਸਪੀਅਰ ਵਰਗੇ ਵਿਦਵਾਨਾਂ ਦੀਆਂ ਕੋਠੀਆਂ ਇੰਗਲੈਂਡ 'ਚ ਸਾਂਭੀਆਂ ਹੋਈਆਂ, ਪਰ ਸਿੱਖਾਂ ਨੂੰ ਆਪਣੇ ਵਿਦਵਾਨਾਂ ਦੀ ਕਦਰ ਕੋਈ ਨਹੀਂ। ਉਹ ਸਾਧ ਸੰਗਤ ਜੀ ਉਸ ਕੋਠੀ 'ਚ, ਉਸ ਬੰਗਲੇ 'ਚ ਭਾਈ ਸਾਹਿਬ ਹਵੇਲੀ 'ਚ ਰਹਿੰਦੇ ਸਨ। ਉਹ ਨਿਹੰਗ ਸਿੰਘ ਜੀ ਆਏ, ਕਹਿੰਦੇ ਫੌਜਾਂ ਨੇ ਪ੍ਰਸ਼ਾਦਾ ਛਕਣਾ। ਭਾਈ ਸੰਤੋਖ ਸਿੰਘ ਦੀ ਘਰਵਾਲੀ ਬੀਬੀ ਰਾਮ ਕੌਰ ਪ੍ਰਸ਼ਾਦਾ ਤਿਆਰ ਕਰਕੇ ਛਕਾਉਣ ਲੱਗੀ ਤੇ ਪ੍ਰਸ਼ਾਦਾ ਛਕ ਕੇ ਨਿਹੰਗ ਸਿੰਘ ਜੀ ਕਹਿੰਦੇ ਚੰਗਾ ਚਾਲਾ ਪਾਉਣ ਲੱਗੇ ਆ ਸਾਡਾ ਕੁਝ ਸਮਾਨ ਹੈ, ਖਜ਼ਾਨਾ ਹੈ, ਰਾਜਧਾਨੀ ਹੈ, ਰੱਖ ਲਓ। ਯਾਨੀ ਜਿਹੜਾ ਝੋਲਾ ਜਿਹਾ ਪਾਇਆ ਹੁੰਦਾ ਨਾ, ਆਮ ਤੇ ਝੋਲਾ ਕਹਿ ਦਿੰਦੇ ਆ, ਬੈਗ ਕਹਿ ਦਿੰਦੇ ਆ, ਨਿਹੰਗ ਸਿੰਘ ਨੂੰ ਖਜ਼ਾਨਾ ਜਾਂ ਰਾਜਧਾਨੀ ਕਹਿੰਦੇ। ਉਹ ਰੱਖ ਕੇ ਤੇ ਨਿਹੰਗ ਸਿੰਘ ਜੀ ਅਲੋਪ ਹੋ ਗਏ, ਚਲੇ ਗਏ। ਭਾਈ ਸੰਤੋਖ ਸਿੰਘ ਜੀ ਜਦੋਂ ਬਾਅਦ 'ਚ ਉਹਨੂੰ ਉਡੀਕਦੇ ਰਹੇ ਕਿੰਨਾ ਚਿਰ, ਜਦੋਂ ਖਜ਼ਾਨਾ ਖੋਲ੍ਹ ਕੇ ਵੇਖਿਆ ਤੇ ਉਹਦੇ ਵਿੱਚ ਉਹ ਸਾਰੇ ਪ੍ਰਸੰਗ ਮੌਜੂਦ ਸਨ ਜਿਹੜੇ ਭਾਈ ਸਾਹਿਬ ਨੂੰ ਚਾਹੀਦੇ ਸਨ। ਫਿਰ ਇਹ ਸਮਝ ਆਈ ਵੀ ਗੁਰੂ ਸਾਹਿਬ ਨੇ ਸ਼ਹੀਦ ਸਿੰਘ ਭੇਜਿਆ ਸੀ
ਆਪਣੀ ਕਥਾ ਜਿਹੜੀ ਅਧੂਰੀ ਸੀ ਉਹ ਪੂਰੀ ਕਰਾਉਣ ਵਾਸਤੇ। ਫਿਰ ਇਹ ਗ੍ਰੰਥ ਸਾਧ ਸੰਗਤ ਜੀ ਗੁਰ ਪ੍ਰਤਾਪ ਸੂਰਜ ਲਿਖਿਆ ਗਿਆ। ਐਵੇਂ ਨਹੀਂ ਲਿਖਿਆ ਇਹ ਗ੍ਰੰਥ। ਅੱਜ ਕੱਲ੍ਹ ਜਿਹਨੂੰ ਜਪਜੀ ਸਾਹਿਬ ਦਾ ਪਾਠ ਕਰਨਾ ਨਹੀਂ ਨਾ ਆਉਂਦਾ, ਊੜਾ ਐੜਾ ਨਹੀਂ ਆਉਂਦਾ, ਉਹ ਕਹਿੰਦਾ ਜੀ ਗੁਰ ਪ੍ਰਤਾਪ ਸੂਰਜ ਦੀ ਕਥਾ ਬੰਦ ਕਰਾ ਦਈਏ। ਜੇ ਇਹਦੀ ਕਥਾ ਬੰਦ ਕਰਾ ਦਿਓਗੇ ਫਿਰ ਤੁਹਾਡੇ ਕੋਲ ਰਹਿਣਾ ਕੀ ਹੈ ਦੱਸੋ? 10 ਗੁਰੂਆਂ ਦਾ ਇਤਿਹਾਸ ਕਿੱਥੋਂ ਲਓਗੇ? ਜਿੰਨਿਆਂ ਨੇ ਰਾਈਟਰਾਂ ਨੇ ਲਿਖਿਆ ਅੱਜ ਤਾਈਂ ਭਾਈ ਸੰਤੋਖ ਸਿੰਘ ਨੂੰ ਵੇਖ ਵੇਖ ਕੇ ਲਿਖਿਆ, ਹੋਰ ਤਾਂ ਸਾਡੇ ਕੋਲ ਕੋਈ ਵੱਡਾ ਸੋਰਸ ਹੈ ਹੀ ਨਹੀਂ। ਸੋ ਇਹ ਮਹਾਨ ਗ੍ਰੰਥ ਦੀ ਕਥਾ ਚੱਲ ਰਹੀ ਹੈ। ਇਹਦੇ 12 ਰਾਸਾਂ ਹਨ। 3 ਰਾਸਾਂ ਪੂਰੀਆਂ ਹੋ ਗਈਆਂ। ਚੌਥੀ ਕਥਾ ਆਰੰਭ ਕਰਦੇ ਭਾਈ ਰਾਮ ਕੌਰ ਜੀ ਦਾ ਪ੍ਰਸੰਗ ਭਾਈ ਸੰਤੋਖ ਜੀ ਲਿਖ ਰਹੇ ਹਨ। ਹਾਂਜੀ। ਸਭ ਸਿੰਘਨ ਕੋ ਅਧਿਕ ਰਝਾਵਾ। ਭਾਈ ਰਾਮ ਕੌਰ ਜੀ ਕਥਾ ਸੁਣਾਉਂਦੇ ਸੀ ਤੇ ਸਾਰੇ ਸਿੰਘ ਬੜੇ ਖੁਸ਼ ਹੋ ਕੇ ਸੁਣਦੇ ਸੀ। ਹਾਂਜੀ। ਔਰ ਸੰਬੂਹਨ ਚਾਵ ਵਧਾਵਾ। ਸਾਰਿਆਂ ਦੇ ਮਨ 'ਚ ਸੁਣਨ ਵਾਲਿਆਂ ਦੇ ਚਾਹ ਸੀ ਅੱਗੇ ਕੀ ਹੋਣਾ, ਹੋਰ ਅੱਗੇ ਕੀ ਹੋਣਾ। ਕਥਾ ਭਾਈ ਸਾਹਿਬ ਨੇ ਲਿਖੀ ਇਸ ਤਰੀਕੇ ਨਾਲ ਹੈ ਵੀ ਅੱਗੇ ਦੀ ਜਗਿਆਸਾ ਬਣ ਜਾਂਦੀ, ਕੱਲ੍ਹ ਨੂੰ ਕੀ ਹੋਵੇਗਾ, ਅਗਲੀ ਕਥਾ ਕੀ ਆਵੇਗੀ। ਫਿਰ ਲੜੀਵਾਰ ਕਥਾ ਚੱਲਦੀ ਰਹਿੰਦੀ ਹੈ। ਹਾਂਜੀ। ਕਥਾ ਸੁਣਨ ਪਰ ਮਨ ਰੁਚ ਜਾਗੀ। ਸਿੰਘਾਂ ਦੇ ਮਨ 'ਚ ਕਥਾ ਸੁਣਨ ਦੀ ਰੁਚੀ ਜਾਗ ਪਈ। ਰੁਚੀ ਹੁੰਦੀ ਹੈ ਵੀ ਮਨ ਦੇ ਵਿੱਚ ਇਹ ਇੱਛਾ ਹੋ ਗਈ ਵੀ ਅੱਗੇ ਸੁਣੀਏ, ਹੋਰ ਸੁਣੀਏ, ਮਨ ਦੇ ਵਿੱਚ ਪਿਆਰ ਬਣ ਗਿਆ। ਹਾਂਜੀ। ਗੁਰਪਗ ਪੰਕਜ ਕੇ ਅਨੁਰਾਗੀ। ਇਹ ਸਾਰੇ ਸਿੰਘ ਗੁਰੂ ਦੇ ਚਰਨਾਂ ਦੇ ਪਿਆਰ ਵਾਲੇ ਸਨ। ਭਾਈ ਸਾਹਿਬ ਸਿੰਘ ਲਿਖਾਰੀ ਅਤੇ ਹੋਰ ਬੜੇ ਕਰਨੀਆਂ ਵਾਲੇ ਸਿੰਘ ਸਨ। ਹਜ਼ੂਰ ਸਾਹਿਬ 10ਵੇਂ ਪਾਤਸ਼ਾਹ ਦੇ ਨਾਲ ਗਏ ਸਨ। ਮਹਾਰਾਜ ਜੋਤੀ ਜੋਤ ਸਮਾ ਗਏ। ਸਿੰਘ ਬੈਰਾਗੀ ਹੋ ਕੇ ਵਾਪਸ ਪੰਜਾਬ ਨੂੰ ਭਾਈ ਰਾਮ ਕੌਰ ਕੋਲ ਆ ਗਏ। ਹਾਂਜੀ। ਸਭਨ ਸੋ ਜਸ ਕੋ ਵਰਣਨ ਕੀਨਾ। ਭਾਈ ਸੰਤੋਖ ਸਿੰਘ ਜੀ ਲਿਖਦੇ ਆ ਵੀ ਭਾਈ ਰਾਮ ਕੌਰ ਜੀ ਨੂੰ ਬੇਨਤੀ ਕੀਤੀ ਸਾਨੂੰ ਗੁਰੂ ਦੀ ਕਥਾ ਸੁਣਾਓ, ਤੇ ਭਾਈ ਸਾਹਿਬ ਸਿੰਘਾਂ ਨੂੰ ਗੁਰੂ ਦਾ ਜਸ ਸੁਣਾ ਰਹੇ, ਵਰਣਨ ਕਰ ਰਹੇ ਹਨ। ਰਾਮ ਕੌਰ ਸਰਬੱਗ ਪ੍ਰਬੀਨਾ। ਬੜੇ ਬ੍ਰਹਮ ਗਿਆਨੀ ਮਹਾਂਪੁਰਸ਼ ਭਾਈ ਰਾਮ ਕੌਰ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਪੀੜ੍ਹੀ ਵਿੱਚੋਂ ਹੋਏ ਹਨ। ਭੂਤ ਭਵਿੱਖਿਅਤ ਕੇਰ ਬ੍ਰਿਤਾਂਤ। ਬਾਬਾ ਰਾਮ ਕੌਰ ਜੀ ਮਹਾਂਪੁਰਸ਼ਾਂ ਨੂੰ ਬੀਤ ਚੁੱਕੇ ਸਮੇਂ ਦਾ ਵੀ ਗਿਆਨ ਸੀ, ਜਿਹੜਾ ਸਮਾਂ ਚੱਲ ਰਿਹਾ ਸੀ ਉਹਦਾ ਵੀ ਗਿਆਨ ਸੀ, ਔਰ ਜਿਹੜਾ ਸਮਾਂ ਅੱਗੇ ਆਉਣਾ ਸੀ ਫਿਊਚਰ ਦਾ ਵੀ ਗਿਆਨ ਸੀ। ਤਿੰਨੇ ਕਾਲਾਂ ਦੇ ਭੂਤ ਭਵਿੱਖ ਤੇ ਵਰਤਮਾਨ ਦੇ ਗਿਆਤਾ ਸਨ ਭਾਈ ਸਾਹਿਬ ਰਾਮ ਕੌਰ ਜੀ। ਹਾਂਜੀ। ਹਸਤਾ ਮਲ ਸਮ ਜਿਸ ਔਰ ਗਿਆਤ। ਜਿਵੇਂ ਹੱਥ ਤੇ ਧਰਿਆ ਔਲਾ ਹੁੰਦਾ ਹੈ ਨਾ, ਉਹਨੂੰ ਹੋਰ ਪ੍ਰਮਾਣ ਦੇਣ ਦੀ ਲੋੜ ਨਹੀਂ ਹੁੰਦੀ। ਸਿਆਣੇ ਕਹਿੰਦੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਭਾਈ ਸਾਹਿਬ ਦੇ ਸਾਹਮਣੇ ਬ੍ਰਹਮ ਗਿਆਨ ਸਭ ਏਦਾਂ ਪ੍ਰਗਟ ਸੀਗਾ, ਸਾਰੀ ਗੱਲ ਸਾਹਮਣੇ ਸੀ ਜਿਵੇਂ ਹੱਥ ਤੇ ਧਰਿਆ ਔਲਾ ਹੁੰਦਾ ਹੈ। ਪ੍ਰਮਾਣ ਪ੍ਰਤੱਖ ਨੂੰ ਕੋਈ ਚਾਹੀਦਾ ਹੀ ਨਹੀਂ, ਪ੍ਰਤੱਖ ਆਪਣੇ ਆਪ 'ਚ ਹੀ ਪ੍ਰਮਾਣ ਹੈ। ਹਾਂਜੀ। ਕਥਾ ਸੁਣਾਏ ਆਨੰਦ ਬਿਲੰਦੇ। ਸਾਧ ਸੰਗਤ ਜੀ ਕਥਾ ਸੁਣ ਕੇ ਸਾਰਿਆਂ ਨੂੰ ਬੜਾ ਆਨੰਦ ਆ ਰਿਹਾ ਸੀ। ਹਾਂਜੀ। ਬ੍ਰਿਧ ਕੋ ਬੰਸ ਉਦਤ ਤੁਮ ਚੰਦੇ। ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ਾਂ ਦਾ ਬੰਸ ਭਾਈ ਰਾਮ ਕੌਰ ਜੀ, ਉਹਨਾਂ ਨੂੰ ਸਿੰਘ ਬੇਨਤੀ ਕਰਦੇ ਕਿ ਬਾਬਾ ਜੀ ਤੁਸੀਂ ਬਾਬੇ ਬੁੱਢੇ ਸਾਹਿਬ ਜੀ ਦੀ ਬੰਸ ਵਿੱਚ ਚੰਦਰਮਾ ਦੀ ਤਰ੍ਹਾਂ ਪ੍ਰਕਾਸ਼ਮਾਨ ਹੋ। ਜਾਤ ਅਖੇਰ ਨਿਤਾ ਪ੍ਰਤ ਬਾਹਰ। ਬਾਬਾ ਜੀ ਤੁਸੀਂ ਰੋਜ਼ ਸ਼ਿਕਾਰ ਖੇਡਣ ਜਾਂਦੇ ਹੋ। ਸਾਧ ਸੰਗਤ ਜੀ ਬਾਬਾ ਰਾਮ ਕੌਰ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਰੋਜ਼ ਸ਼ਿਕਾਰ ਖੇਡਣ ਜਾਂਦੇ ਸਨ। ਰੋਜ਼, ਇੱਕ ਦਿਨ ਵੀ ਜ਼ਿੰਦਗੀ 'ਚ ਨਾਗਾ ਨਹੀਂ ਪਾਇਆ। ਕਿਉਂ ਕਿ 10ਵੇਂ ਪਾਤਸ਼ਾਹ ਨੂੰ ਭਾਈ ਰਾਮ ਕੌਰ ਨੇ ਬੇਨਤੀ ਕੀਤੀ ਸੀ, ਮਹਾਰਾਜ ਮੈਨੂੰ ਪੰਜਾਬ ਵਾਪਸ ਭੇਜ ਰਹੇ ਹੋ ਹਜ਼ੂਰ ਸਾਹਿਬ ਤੋਂ, ਦੱਖਣ ਵਿੱਚ ਜਾਂਦੇ ਜਾਂਦੇ ਮਹਾਰਾਜ ਕਹਿੰਦੇ ਤੁਸੀਂ ਵਾਪਸ ਜਾਓ। ਤੇ ਭਾਈ ਰਾਮ ਕੌਰ ਕਹਿੰਦੇ ਵਾਪਸ ਤਾਂ ਮੈਂ ਚਲਾ ਜਾਵਾਂਗਾ, ਪਰ ਮੇਰਾ ਇੱਕ ਨਿਯਮ ਹੈ ਵੀ ਮੈਂ ਆਪ ਜੀ ਦਾ ਦਰਸ਼ਨ ਕਰਕੇ ਹੀ ਪ੍ਰਸ਼ਾਦਾ ਛਕਦਾ, ਉੱਦਾਂ ਮੈਂ ਪ੍ਰਸ਼ਾਦਾ ਨਹੀਂ ਛਕਦਾ। ਤੇ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਪੰਜਾਬ ਵਿੱਚ ਮੈਂ ਕਿਵੇਂ ਰਵਾਂਗਾ, ਕਿਵੇਂ ਪ੍ਰਸ਼ਾਦਾ ਛਕਾਂਗਾ, ਕਿਵੇਂ ਜੀਵਾਂਗਾ। ਹੁਣ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ। ਮਹਾਰਾਜ ਕਲਗੀਧਰ ਕਹਿਣ ਲੱਗੇ ਭਾਈ ਰਾਮ ਕੌਰ ਜੀ ਅਸੀਂ ਤੁਹਾਨੂੰ ਰੋਜ਼ ਦਰਸ਼ਨ ਦਿਆ ਕਰਾਂਗੇ, ਸਾਡੀ ਇੱਕ ਮਰਜ਼ਾਦਾ ਸ਼ਿਕਾਰ ਖੇਡਣ ਦੀ ਵੀ ਹੈ। ਸ਼ਸਤਰਧਾਰੀ ਹੋ ਕੇ ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਜਾਇਆ ਕਰੋਗੇ,
ਉੱਥੇ ਸਾਡੇ ਦਰਸ਼ਨ ਹੋਇਆ ਕਰਨਗੇ ਸ਼ਿਕਾਰ ਖੇਡਦਿਆਂ। ਭਾਈ ਰਾਮ ਕੌਰ ਜੀ ਗੁਰੂ ਸਾਹਿਬ ਦਾ ਬਚਨ ਮੰਨ ਕੇ ਪਿੰਡ ਰਮਦਾਸ ਵਾਪਸ ਆ ਗਏ। ਆਪਣੇ ਪਿੰਡ 'ਚ ਆ ਕੇ ਉਹਨਾਂ ਨੇ ਜਪ ਤਪ ਭਜਨ ਬੰਦਗੀ ਸੇਵਾ ਸਿਮਰਨ ਲੋਹ ਲੰਗਰ ਦੇ ਬਹੁਤ ਪ੍ਰਵਾਹ ਚਲਾਏ, ਪਰ ਨਾਲ ਨਾਲ ਸ਼ਿਕਾਰ ਖੇਡਣ ਦੀ ਮਰਿਆਦਾ ਵੀ ਕਾਇਮ ਰੱਖੀ। ਰੋਜ਼ ਸ਼ਿਕਾਰ ਨੂੰ ਜਾਣਾ ਗੁਰੂ ਦੇ ਪਿਆਰ ਵਿੱਚ। ਅੱਜ ਕੱਲ੍ਹ ਕਈ ਕਿੰਤੂ ਪਰੰਤੂ ਵਾਲੇ ਇਸ ਗੱਲ ਨੂੰ ਨਹੀਂ ਸਮਝ ਸਕਣਗੇ ਵੀ ਇਹ ਕਿਹੜੀ ਮਰਿਆਦਾ ਹੋਈ ਸ਼ਿਕਾਰ ਖੇਡਣ ਦੀ। ਸਾਧ ਸੰਗਤ ਜੀ, ਜਿਸ ਪਿਆਰੇ ਸਿਉਨੇ ਹੋ ਤੇ ਸਿਆਗਾ ਮਰ ਚੱਲੀਏ। ਜਿਹਦੇ ਨਾਲ ਪਿਆਰ ਹੋਵੇ ਨਾ ਉਹਦੀਆਂ ਸਾਰੀਆਂ ਗੱਲਾਂ ਚੰਗੀਆਂ ਲੱਗਦੀਆਂ। ਇੱਕ ਮਾਂ ਦਾ ਪੁੱਤਰ ਗਿਆ ਹੋਵੇ ਵਾਂਢੇ ਤੇ ਘਰ ਪੁੱਤਰ ਦੀ ਪੈਂਟ ਪਈ ਹੋਵੇ ਤੇ ਮਾਂ ਉਹਦੀ ਪੈਂਟ ਨੂੰ ਚੁੱਕ, ਮੇਰੇ ਪੁੱਤਰ ਦੀ ਮੇਰੇ ਸੋਨੂ ਦੀ ਪੈਂਟ ਹੈ, ਆਹ ਮੇਰੇ ਮੋਨੂ ਦੀ ਪੱਗ ਹੈ, ਆਹ ਮੇਰੇ ਸੋਨੂ ਦੀ ਕਮੀਜ਼ ਹੈ, ਉਹਨੂੰ ਵੇਖ ਵੇਖ ਕੇ ਜਿਉਂਦੀ ਹੈ। ਕਲਗੀਆਂ ਵਾਲੇ ਦੀਆਂ ਗੱਲਾਂ ਕਲਗੀਆਂ ਵਾਲੇ ਦੇ ਪਿਆਰਿਆਂ ਨੂੰ ਚੰਗੀਆਂ ਲੱਗਦੀਆਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਨਾਂ ਨੂੰ ਨਹੀਂ ਚੰਗੀਆਂ ਲੱਗਦੀਆਂ ਜਿਹੜੇ ਸਾਧ ਸੰਗਤ ਜੀ ਕੋਈ ਗਾਂਧੀ ਦੀ ਕਿਤਾਬਾਂ ਪੜ੍ਹੀ ਫਿਰਦਾ, ਕੋਈ ਓਸ਼ੋ ਦੀਆਂ ਪੜ੍ਹੀ ਫਿਰਦਾ, ਕੋਈ ਕਿਸੇ ਹੋਰ ਦਾ ਚੇਲਾ ਬਣਿਆ, ਕੋਈ ਕਿਸੇ ਦਾ ਬਣਿਆ ਫਿਰੇ। ਸਾਨੂੰ ਤਾਂ ਕਲਗੀਧਰ ਦੀਆਂ ਚੰਗੀਆਂ ਲੱਗਦੀਆਂ, ਅਸੀਂ ਤਾਂ ਉਹ ਹੀ ਪੜ੍ਹਨੀਆਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਨੂੰ ਸਤਿਗੁਰਾਂ ਦੇ ਬਚਨ ਚੰਗੇ ਲੱਗਣੇ ਚਾਹੀਦੇ। ਬਾਕੀ ਦੁਨੀਆ ਦਾ ਗਿਆਨ ਦੁਨੀਆ ਨੂੰ ਮੁਬਾਰਕ ਹੈ, ਪਰ ਇੱਥੇ ਤੇ ਇਸ਼ਕ ਦੀ ਗੱਲ ਹੈ, ਇਸ਼ਕ ਗੁਰੂ ਨਾਲ ਹੈ। ਆਖੋ ਸ੍ਰੀ ਵਾਹਿਗੁਰੂ। ਭਾਈ ਰਾਮ ਕੌਰ ਬ੍ਰਹਮ ਗਿਆਨੀ ਰੋਜ਼ ਸ਼ਿਕਾਰ ਖੇਡਣ ਜਾਂਦੇ। ਕਿਉਂ? ਮੇਰਾ ਕਲਗੀਆਂ ਵਾਲਾ ਕਹਿੰਦਾ ਸੀ ਮੇਰੇ ਦਰਸ਼ਨ ਕਰਨੇ ਆ ਤੇ ਸ਼ਿਕਾਰ ਖੇਡਿਆ ਕਰ। ਭਾਈ ਰਾਮ ਕੌਰ ਜੀ ਰੋਜ਼ ਸ਼ਿਕਾਰ ਖੇਡਣ ਜਾਂਦੇ ਆ। ਹਾਂਜੀ, ਦਰਸੋ ਨਿਤ ਕਲਗੀਧਰ ਜ਼ਾਹਰ। ਆਹ ਸਿੰਘ ਕਹਿੰਦੇ ਭਾਈ ਸਾਹਿਬ ਜੀ, ਆਪ ਜੀ ਕਲਗੀਧਰ ਪਿਤਾ ਦੇ ਰੋਜ਼ ਦਰਸ਼ਨ ਕਰ ਰਹੇ ਹੋ, ਰੋਜ਼ ਦਰਸ਼ਨ ਹੁੰਦੇ ਤੁਹਾਨੂੰ ਸ਼ਿਕਾਰ ਖੇਡਦਿਆਂ ਨੂੰ। ਅਵਚਲ ਨਗਰ ਜਾਤ ਗੁਰ ਕਹਿਓ। ਅਵਚਲ ਨਗਰ ਸਾਹਿਬ ਹਜੂਰ ਸਾਹਿਬ ਨੂੰ ਜਾਂਦਿਆਂ ਹੋਇਆਂ ਸਤਿਗੁਰੂ ਜੀ ਨੇ ਤੁਹਾਨੂੰ ਵਾਪਸ ਮੋੜ ਦਿੱਤਾ ਸੀ ਤੇ ਤੁਹਾਨੂੰ ਇਹ ਕਿਹਾ ਸੀ ਸੰਗ ਨਾ ਤਿਆਗਤ ਜਬ ਚਿਤ ਲਹਿਓ। ਜਦੋਂ ਤੁਸੀਂ ਕਹਿੰਦੇ ਸੀ ਨਾਲ ਹੀ ਜਾਣਾ, ਮਹਾਰਾਜ ਕਹਿੰਦੇ ਨਹੀਂ ਤੁਸੀਂ ਵਾਪਸ ਜਾਓ। ਤੁਸੀਂ ਕਹਿੰਦੇ ਮਹਾਰਾਜ ਮੈਂ ਤੁਹਾਡੇ ਤੋਂ ਬਿਨਾਂ ਦਰਸ਼ਨਾਂ ਤੋਂ ਬਿਨਾਂ ਪ੍ਰਸ਼ਾਦਾ ਹੀ ਨਹੀਂ ਛਕਦਾ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੈਨੂੰ ਰੋਜ਼ ਦਰਸ਼ਨ ਦਿਆ ਕਰਾਂਗੇ, ਸ਼ਿਕਾਰ ਖੇਡਿਆ ਕਰੀ। ਹਾਂਜੀ, ਹਮਰੇ ਦਰਸ਼ਨ ਕੋ ਨਿਤ ਚਾਹਤ। ਤੇ ਸਤਿਗੁਰੂ ਕਹਿਣ ਲੱਗੇ ਜਿਸ ਤੂੰ ਸਾਡੇ ਦਰਸ਼ਨ ਰੋਜ਼ ਕਰਨੇ ਚਾਹੁੰਦਾ ਹੈ, ਇਸ ਹਿਤ ਚਲਬੇ ਸਾਥ ਮਾਹਤ। ਤੂੰ ਨਾਲ ਜਾਣਾ ਚਾਹੁੰਦਾ ਇਸ ਕਰਕੇ ਵੀ ਦਰਸ਼ਨ ਕਰਨੇ, ਅਸੀਂ ਤੈਨੂੰ ਨਾਲ ਨਹੀਂ ਲੈ ਕੇ ਜਾਣਾ, ਪੰਜਾਬ ਵਾਪਸ ਭੇਜਣਾ ਹੈ। ਹਾਂਜੀ, ਜਾਂ ਤੇ ਤੋਰ ਮਨੋਰਥ ਜੋਈ। ਭਾਈ ਰਾਮ ਕੌਰ ਜੀ ਤੁਹਾਡਾ ਮਨੋਰਥ ਪੂਰਾ ਹੋਵੇਗਾ। ਬ੍ਰਹਮ ਗਿਆਨੀ ਮਹਾਂਪੁਰਸ਼ੋ, ਤੁਹਾਨੂੰ ਅਸੀਂ ਰੋਜ਼ ਦਰਸ਼ਨ ਦਿਆ ਕਰਾਂਗੇ। ਸਦਨ ਬਸਹੋ ਪੂਰ ਹੈ ਹਮ ਸੋਈ। ਆਪਣੇ ਪਿੰਡ ਚਲੇ ਜਾਓ ਰਮਦਾਸ ਮਾਝੇ ਵਿੱਚ। ਸਾਧ ਸੰਗਤ ਜੀ, ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਸਾਹਿਬ ਜੀ ਦੇ ਲਾਗੇ ਨਗਰ ਰਮਦਾਸ ਹੈ। ਇਹ ਰਮਦਾਸ ਪਿੰਡ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਵਸਿਆ ਹੈ। ਬਾਬਾ ਬੁੱਢਾ ਜੀ ਦੇ ਘਰ ਪੋਤਰੇ ਦਾ ਜਨਮ ਹੋਇਆ। ਪੋਤਰੇ ਦਾ ਨਾਮ ਭਾਈ ਝੰਡਾ ਸੁਣਿਆ ਹੋਵੇਗਾ ਤੁਸੀਂ। ਉਧਰੋਂ ਬਾਬਾ ਜੀ ਨੇ ਪੋਤਰਾ ਹੋਇਆ, ਨਾਲੇ ਪਿੰਡ ਵਸਾ ਲਿਆ ਤੇ ਗੁਰੂ ਰਾਮਦਾਸ ਜੀ ਨੂੰ ਸੱਦਿਆ। ਉੱਥੇ ਮਹਾਰਾਜ ਆਏ ਸੱਚੇ ਪਾਤਸ਼ਾਹ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ। ਤੇ ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਮੇਰੀ ਬੇਨਤੀ ਹੈ, ਇੱਕ ਤਾਂ ਮੇਰੇ ਪੋਤਰੇ ਦਾ ਨਾਮ ਰੱਖੋ ਤੇ ਇੱਕ ਇਹ ਪਿੰਡ ਜਿਹੜਾ ਮੈਂ ਵਸਾਇਆ ਇਹ ਤੁਹਾਡੇ ਨਾਂ ਤੇ ਰੱਖਣਾ। ਪਿੰਡ ਦਾ ਨਾਮ ਹੈ ਆਪ ਜੀ ਦੇ ਨਾਮ ਦੇ ਰਾਮਦਾਸਪੁਰ ਰੱਖਣਾ। ਸਤਿਗੁਰੂ ਰਾਮਦਾਸ ਜੀ ਕਹਿਣ ਲੱਗੇ ਬਾਬਾ ਜੀ ਅਸੀਂ ਚਾਹੁੰਦੇ ਹਾਂ ਤੁਹਾਡੇ ਪੋਤਰੇ ਦੇ ਨਾਂ ਤੇ ਪਿੰਡ ਦਾ ਨਾਮ ਵੀ ਤੁਹਾਡੇ ਪਿੰਡ ਪੋਤੇ ਦੇ ਨਾਂ ਤੇ ਰੱਖ ਦਈਏ। ਪੋਤੇ ਦਾ ਨਾਮ ਵੀ ਅਸੀਂ ਰੱਖ ਦਿੰਦੇ ਹਾਂ ਤੇ ਪਿੰਡ ਦਾ ਨਾਮ ਵੀ ਇੱਥੇ ਰੱਖ ਦਿੰਦੇ ਹਾਂ। ਝੰਡੇ ਰੱਖ ਦਈਏ, ਤੁਹਾਡੇ ਪੋਤਰੇ ਦਾ ਨਾਂ ਝੰਡਾ ਤੇ ਪਿੰਡ ਦਾ ਨਾਮ ਝੰਡੇ। ਤੇ ਮਹਾਰਾਜ ਕਹਿੰਦੇ, ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਜੀ ਆਪ ਜੀ ਦਾ ਬਚਨ ਵੀ ਨਹੀਂ ਮੈਂ ਮੋੜ ਸਕਦਾ, ਪਰ ਮੇਰੀ ਇੱਛਾ ਵੀ ਤੁਹਾਡੇ ਨਾਂ ਤੇ ਪਿੰਡ ਦਾ ਨਾਂ ਵੱਜੇ। ਤੇ ਮਹਾਰਾਜ ਕਹਿੰਦੇ ਚਲੋ ਇਕੱਠਾ ਕਰ ਦਿੰਦੇ ਆ, ਝੰਡੇ ਰਾਮਦਾਸ ਕੇ। ਇਹ ਦੋਵਾਂ ਦਾ ਇਹ ਨਾਂ ਪਹਿਲਾਂ ਅਸਲੀ ਕਾਗਜ਼ਾਂ ਝੰਡੇ ਰਾਮਦਾਸ ਕੇ, ਹੌਲੇ ਹੌਲੇ ਬੋਲੀ ਦੇ ਵਿੱਚ ਰਮਦਾਸ ਬਣ ਗਿਆ। ਵੈਸੇ ਕਾਗਜ਼ਾਂ 'ਚ ਨਾਮ ਹੈ ਝੰਡੇ ਰਾਮ। ਬਾਬਾ ਝੰਡਾ ਜੀ ਦਾ ਨਾਮ ਵਿੱਚ ਹੀ ਹੈ। ਮਹਾਰਾਜ ਬਾਬਾ ਬੁੱਢਾ ਜੀ ਦੇ ਪੋਤਰੇ ਹੋਏ ਨੇ ਮਹਾਂਪੁਰਸ਼ ਬ੍ਰਹਮ ਗਿਆਨੀ।
ਤੇ ਗੁਰੂ ਰਾਮਦਾਸ ਜੀ ਦਾ ਨਾਮ ਵੀ ਵਿੱਚ ਹੀ। ਉਸ ਪਿੰਡ ਵਿੱਚ ਭਾਈ ਰਾਮ ਕੋਇਲ ਜੀ ਰਹਿੰਦੇ। ਉੱਥੇ ਸਿੰਘਾਂ ਨੇ ਬੇਨਤੀ ਕੀਤੀ ਹੈ ਵੀ ਤੁਸੀਂ ਰੋਜ਼ ਸ਼ਿਕਾਰ ਖੇਡਣ ਜਾਂਦੇ, ਤੁਹਾਨੂੰ ਮਹਾਰਾਜ ਦਾ ਹੁਕਮ ਹੈ ਕਲਗੀਧਰ ਪਾਤਸ਼ਾਹ ਦਾ। ਹਾਂਜੀ, ਗਹਿਰ ਅਖੇਰ ਚੜ੍ਹੋ ਤਹ ਦਰਸ ਹੋ। ਭਾਈ ਸਾਹਿਬ ਜੀ ਤੁਸੀਂ ਰੋਜ਼ ਸ਼ਿਕਾਰ ਖੇਡਣ ਜਦੋਂ ਜਾਂਦੇ ਹੋ ਜੰਗਲ ਵਿੱਚ, ਉੱਥੇ ਸਤਿਗੁਰੂ ਮਹਾਰਾਜ ਕਲਗੀਧਰ ਜੀ ਵੀ ਸ਼ਿਕਾਰ ਖੇਡਦੇ ਹੀ ਦਰਸ਼ਨ ਦਿੰਦੇ ਆ ਤੁਹਾਨੂੰ। ਹਾਂਜੀ, ਜਥਾ ਸੰਗ ਤੈਸੇ ਇਤ ਪਰਸ ਹੋ। ਜਿਵੇਂ ਤੁਸੀਂ ਪਹਿਲਾਂ ਮਹਾਰਾਜ ਆਨੰਦਪੁਰ ਸਾਹਿਬ ਰਹਿੰਦੇ ਸੀ ਤੇ ਕਲਗੀਧਰ ਪਾਤਸ਼ਾਹ ਪਹਾੜੀਆਂ 'ਚ ਸ਼ਿਕਾਰ ਖੇਡਣ ਜਾਇਆ ਕਰਦੇ ਸੀ, ਤੁਸੀਂ ਉਦੋਂ ਵੀ ਨਾਲ ਜਾਂਦੇ ਸੀ ਸਤਿਗੁਰਾਂ ਦੇ। ਹੁਣ ਤੁਸੀਂ ਉਸੇ ਤਰ੍ਹਾਂ ਹੀ ਫੇਰ ਮਹਾਰਾਜ ਨੂੰ ਅੰਗ ਸੰਗ ਸਮਝ ਕੇ ਸ਼ਿਕਾਰ ਖੇਡਦੇ ਹੋ, ਉਹੀ ਲੀਲਾ ਕਰਦੇ ਹੋ ਜਿਹੜੀ ਸਤਿਗੁਰਾਂ ਦੇ ਸਮੇਂ ਹੋਇਆ ਕਰਦੀ ਸੀ। ਜਾਂ ਤੇ ਤੁਮ ਕੋ ਦਰਸ਼ਨ ਦੇਤ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਸ਼ਿਕਾਰ ਖੇਡਦੇ ਹੋਏ ਰੋਜ਼ ਦਰਸ਼ਨ ਦਿੰਦੇ ਹਨ। ਸ੍ਰੀ ਗੋਬਿੰਦ ਸਿੰਘ ਗਿਆਨ ਨਿਕੇਤ। ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਗਿਆਨ ਦੇ ਖਜ਼ਾਨੇ, ਗਿਆਨ ਦੇ ਘਰ ਹਨ। ਸਿੰਘ ਤੁਮਾਰੋ ਦਰਸ਼ਨ ਕਰਹੀ। ਤੇ ਭਾਈ ਸਾਹਿਬ ਜੀ ਅਸੀਂ ਸਾਰੇ ਸਿੰਘ ਤੁਹਾਡੇ ਦਰਸ਼ਨ ਕਰਦੇ ਹਾਂ। ਤੁਸੀਂ ਰੋਜ਼ ਕਲਗੀਧਰ ਦੇ ਦਰਸ਼ਨ ਕਰਦੇ ਹੋ, ਅਸੀਂ ਸਾਰੇ ਤੁਹਾਡੇ ਦਰਸ਼ਨ ਕਰਦੇ ਹਾਂ, ਕਿਉਂਕਿ ਸਾਨੂੰ ਤੁਹਾਡੇ ਵਿੱਚੋਂ ਸਾਹਿਬ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੁੰਦੇ ਹਨ। ਹਾਂਜੀ, ਜਨਮ ਸਕਾਰਥ ਕੇ ਅਨੁਸਰ ਹੀ। ਤੁਹਾਡੇ ਬਚਨ ਸੁਣ ਕੇ ਸਾਡਾ ਜਨਮ ਸਫਲਾ ਹੋ ਰਿਹਾ ਹੈ। ਤੁਹਾਡੀ ਰਸਨਾ ਤੋਂ ਕਥਾ ਸੁਣ ਸੁਣ ਕੇ ਸਾਡੇ ਤਪਦੇ ਹੋਏ ਮਨ ਠੰਡੇ ਹੋ ਜਾਂਦੇ ਹਨ। ਹਾਂਜੀ, ਦੂਸਰੇ ਗੁਣ ਤੁਮ ਕਥਾ ਸੁਣਾਵੋ। ਇੱਕ ਤਾਂ ਤੁਸੀਂ ਮਹਾਰਾਜ ਦੇ ਦਰਸ਼ਨ ਕਰਦੇ ਹੋ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ ਹੋ, ਤੁਹਾਡੀ ਮਹਿਮਾ ਪਰੰਪਾਰ ਹੈ। ਦੂਸਰੀ ਸਾਨੂੰ ਤੁਸੀਂ ਮਹਾਰਾਜ ਦੀ ਕਥਾ ਸੁਣਾਉਂਦੇ ਹੋ। ਜਦੋਂ ਤੁਸੀਂ ਕਥਾ ਸੁਣਾਉਂਦੇ ਹੋ ਮਹਾਰਾਜ ਸਾਹਮਣੇ ਆ ਜਾਂਦੇ ਆ। ਹਾਂਜੀ, ਸਤਿਗੁਰ ਗੁਣ ਗਨ ਵਰਣਨ ਰਜਾਵੋ। ਮਹਾਰਾਜ ਦੇ ਬੇਅੰਤ ਬੇਅੰਤ ਗੁਣਾਂ ਦਾ ਵਰਣਨ ਕਰਦੇ ਹੋ, ਸਾਡਾ ਮਨ ਖੁਸ਼ ਹੋ ਜਾਂਦਾ। ਕਥਾ ਸੁਣ ਕੇ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਗੁਰੂ ਸਾਹਿਬ ਸਾਨੂੰ ਦਿਸਦੇ ਆ। ਕਥਾ ਵਿੱਚ ਗੁਰੂਆਂ ਦੇ ਦਰਸ਼ਨ ਹੁੰਦੇ। ਹਾਂਜੀ, ਤੁਮ ਹੋ ਧੰਨ ਸਦਾ ਜੁਗ ਲੋਕ। ਇਹ ਭਾਈ ਰਾਮ ਕੋਇਲ ਸਾਹਿਬ ਜੀ ਮਹਾਂਪੁਰਸ਼ੋ ਤੁਸੀਂ ਧੰਨ ਹੋ, ਤੁਹਾਡਾ ਜੀਵਨ ਸਫਲ ਹੈ, ਤੁਹਾਡਾ ਇਹ ਲੋਕ ਵੀ ਸਫਲਾ ਤੇ ਪਰਲੋਕ ਵੀ ਸਫਲਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਹਾਂਜੀ, ਹਮ ਭੀ ਧੰਨ ਜੇ ਦਰਸ ਬਿਲੋਕ। ਅਸੀਂ ਵੀ ਸਾਰੇ ਸਿੰਘ ਧੰਨ ਹਾਂ ਜਿਹੜੇ ਤੁਹਾਡੇ ਦਰਸ਼ਨ ਕਰ ਰਹੇ ਮਹਾਂਪੁਰਸ਼ੋ। ਹਾਂਜੀ, ਇਹ ਰਾਵਰ ਕੋ ਬੜ ਉਪਕਾਰਾ। ਇਹ ਆਪ ਜੀ ਦਾ ਪਰਉਪਕਾਰ ਹੈ ਸਾਡੇ ਉੱਤੇ ਕਿ ਤੁਸੀਂ ਸਾਨੂੰ ਮਹਾਰਾਜ ਦੀ ਕਥਾ ਸੁਣਾ ਰਹੇ ਹੋ। ਹਾਂਜੀ, ਕਥਾ ਸੁਣਾਈ ਕਰ ਵਿਸਤਾਰਾ। ਤੁਸੀਂ ਸਾਰੀ ਕਥਾ ਵਿਸਥਾਰ ਨਾਲ, ਕਿਉਂਕਿ ਤੁਸੀਂ ਆਈ ਵਿਟਨੈਸ ਪਰਿਵਾਰ ਦੇ ਵਿੱਚ ਤੁਹਾਡੇ ਪਿਤਾ ਜੀ ਭਾਈ ਗੁਰਦਿੱਤਾ ਜੀ, ਤੁਹਾਡੇ ਦਾਦਾ ਜੀ ਭਾਈ ਸਰਵਣ ਜੀ, ਭਾਈ ਜਲਾਲ ਜੀ, ਭਾਈ ਝੰਡਾ ਜੀ, ਭਾਈ ਭਾਨਾ ਜੀ ਤੇ ਸਭ ਤੋਂ ਵੱਡੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਤੁਹਾਡੇ ਪਰਿਵਾਰ ਵਿੱਚ ਕਥਾ ਚੱਲੀ ਆਈ ਜੋ ਤੁਸੀਂ ਦੇਖਦੇ ਰਹੇ, ਉਹ ਤੁਸੀਂ ਸੁਣਾ ਰਹੇ ਹੋ। ਹਾਂਜੀ, ਅਬ ਆਗਲ ਇਤਿਹਾਸ ਬਖਾਨ ਹੋ। ਸੋ ਬੜੀ ਕਿਰਪਾ ਕੀਤੀ ਪੰਜਵੇਂ ਪਾਤਸ਼ਾਹ ਦੀ ਕਥਾ ਸੁਣਾਈ ਤਰਨਤਾਰਨ ਸਾਹਿਬ ਦੇ ਬਣਨ ਦੀ। ਹੁਣ ਉਸ ਤੋਂ ਅਗਲੀ ਕਥਾ ਵੀ ਸੁਣਾਓ। ਹਰਗੋਬਿੰਦ ਜਿਮ ਉਤਸਵ ਠਨ ਹੋ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਇਤਿਹਾਸ ਵੀ ਸੁਣਾਓ। ਸ੍ਰੀ ਅਰਜਨ ਜਿਮ ਕੀਨ ਚਲਾਨੋ। ਗੁਰੂ ਅਰਜਨ ਦੇਵ ਦੀ ਸ਼ਹੀਦੀ ਵੀ ਸੁਣਾਓ। ਅਜੇ ਉਹ ਵੀ ਰਹਿੰਦੀ ਕਥਾ ਵੀ ਪੰਜਵੇਂ ਪਾਤਸ਼ਾਹ ਸ਼ਹੀਦੀ ਕਿਉਂ ਪਾਈ, ਕਿਵੇਂ ਪਾਈ, ਕਿੱਥੇ ਪਾਈ, ਕੀ ਕੀ ਕਾਰਨ ਬਣੇ ਮਹਾਰਾਜ ਦੀ ਸ਼ਹੀਦੀ ਦੇ, ਉਹ ਵੀ ਭਾਈ ਸਾਹਿਬ ਜੀ ਤੁਸੀਂ ਕਥਾ ਸੁਣਾਓ। ਕਰ ਚੰਦੂ ਕੋ ਚਲਨ ਬਹਾਨੋ। ਤੇ ਚੰਦੂ ਨੂੰ ਦੁਸ਼ਟ ਨੂੰ ਮਹਾਰਾਜ ਨੇ ਆਪਣੀ ਸ਼ਹੀਦੀ ਦਾ ਬਹਾਨਾ ਬਣਾਇਆ। ਸੱਚਖੰਡ ਜਾਣਾ ਤਾਂ ਸੀ ਪਰ ਆਪਣੇ ਸਰੀਰ ਦਾ ਠੀਕਰਾ ਚੰਦੂ ਦੇ ਸਿਰ ਭੰਨ ਦਿੱਤਾ। ਚੰਦੂ ਨੂੰ ਦੋਸ਼ ਦਿੱਤਾ, ਉਹ ਪਾਪੀ ਦੇ ਮੱਥੇ ਤੇ ਕਲੰਕ ਲਾ ਕੇ ਸੱਚੇ ਪਾਤਸ਼ਾਹ ਜੀ ਸ਼ਹੀਦੀ ਪਾ ਗਏ। ਹਾਂਜੀ, ਸਕਲ ਕਥਾ ਵਿਸਤਾਰ ਸੁਣਾਵੋ। ਉਹ ਸਾਰੀ ਕਥਾ ਭਾਈ ਸਾਹਿਬ ਜੀ ਤੁਸੀਂ ਸੁਣਾਓ, ਕਿਉਂਕਿ ਉਸ ਵੇਲੇ ਤੁਹਾਡੇ ਬਜ਼ੁਰਗ ਸਾਰੇ ਮੌਜੂਦ ਸਨ। ਬਾਬਾ ਬੁੱਢਾ ਜੀ, ਭਾਈ ਭਾਨਾ ਜੀ, ਭਾਈ ਝੰਡਾ ਜੀ, ਭਾਈ ਸਰਵਣ ਜੀ, ਇਹੋ ਜਿਹੇ ਕਈ ਪੀੜ੍ਹੀਆਂ ਬਾਬਾ ਜੀ ਦੀਆਂ ਉਸ ਵੇਲੇ ਮੌਜੂਦ ਸਨ। ਉਹਨਾਂ ਤੋਂ ਜੋ ਤੁਹਾਡੇ ਕੋਲ ਕਥਾ ਪਹੁੰਚੀ ਹੈ ਉਹ ਕਥਾ ਸੁਣਾਓ। ਮਹਿ ਨਿਹਾਲ ਕਰੋ ਹਰ ਖਾਵੋ। ਸੋ ਤੁਸੀਂ ਸਾਨੂੰ ਸਾਰੀ ਕਥਾ ਸੁਣਾ ਕੇ ਨਿਹਾਲ ਕਰੋ। ਮਹਾਂਪੁਰਸ਼ੋ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਾ ਪ੍ਰਸੰਗ ਬੜਾ ਮਹੱਤਵਪੂਰਨ ਹੈ। ਉਹ ਸਾਡੇ ਇਤਿਹਾਸ ਦਾ ਇੱਕ ਬਹੁਤ ਵੱਡਾ ਇੱਕ ਕ੍ਰਾਂਤੀਕਾਰੀ ਪੜਾਅ ਹੈ।
ਜਿੱਥੇ ਸਿੱਖ ਇਤਿਹਾਸ 'ਚ ਬੜੀ ਵੱਡੀ ਕਰਵਟ ਆਉਂਦੀ ਹੈ ਕਿ ਭਗਤੀ ਦੇ ਨਾਲ ਨਾਲ ਸ਼ਕਤੀ ਆ ਜਾਂਦੀ ਹੈ, ਸ਼ਾਂਤੀ ਦੇ ਨਾਲ ਨਾਲ ਕ੍ਰਾਂਤੀ ਆ ਜਾਂਦੀ ਹੈ। ਗੁਰੂ ਸਾਹਿਬਾਂ ਦੇ ਘਰਾਂ 'ਚ ਸ਼ਸਤਰ, ਘੋੜੇ, ਜੰਗੀ ਫੌਜਾਂ ਤਿਆਰ ਬਰ ਤਿਆਰ ਖਾਲਸਾ ਹੋ ਜਾਂਦਾ ਹੈ। ਉਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਪ੍ਰਸੰਗ ਵੀ ਤਾਂ ਸੁਣਾਓ ਸਾਨੂੰ ਕਿਰਪਾ ਕਰਕੇ। ਨਿਮ ਸਿੰਘਨ ਕੀ ਸੁਣ ਕਰ ਬਿਨ। ਭਾਈ ਰਾਮ ਕੋਇਰ ਜੀ ਆਪਣੇ ਪਿਆਰੇ ਸਿੰਘਾਂ ਦੀ, ਭਾਈ ਸਾਹਿਬ ਸਿੰਘ ਲਿਖਾਰੀ ਆਦਿਕ ਸਿੰਘਾਂ ਦੀ ਬੇਨਤੀ ਸੁਣ ਕੇ ਰਾਮ ਕੋਇਰ ਗਨ ਆਨੰਦ ਸਨ। ਬੜੇ ਆਨੰਦ ਦੇ ਨਾਲ ਮਹਾਰਾਜ ਸਾਹਿਬ ਜੀ ਦੀ ਕਥਾ ਸੁਣਾਉਣ ਲੱਗੇ ਹਨ। ਜੋਤਨ ਕੋ ਬਹੁ ਭਾਂਤ ਸਰਾਇਓ। ਭਾਈ ਰਾਮ ਕੋਇਰ ਜੀ ਕਥਾ ਸੁਣਾਉਂਦੇ, ਕਹਿੰਦੇ ਸਰੋਤਾ ਜਨੋ ਤੁਹਾਨੂੰ ਤੁਸੀਂ ਭਾਈ ਸਾਧ ਸੰਗਤ ਜੀ, ਕਥਾ ਕਰਨ ਵਾਲਾ ਕੀ ਕਰੇਗਾ ਜੇ ਸੁਣਨ ਵਾਲਾ ਹੀ ਨਾ ਹੋਵੇ। ਸੁਣਨ ਵਾਲੇ ਦੀ ਮਹਿਮਾ ਜ਼ਿਆਦੀ ਹੈ ਸੁਣਾਉਣ ਵਾਲੇ ਨਾਲੋਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸਤਰੀ ਬੜੀ ਸੋਹਣੀ ਹੋਵੇ, 16 ਸ਼ਿੰਗਾਰ ਕੀਤੇ ਹੋਣ, ਘਰ ਵਾਲਾ ਅੰਨਾ ਹੋਵੇ, ਕੀ ਕਰਨਗੇ ਸ਼ਿੰਗਾਰ, ਕੀ ਕਰੇਗਾ ਉਹਦਾ ਰੂਪ ਰੰਗ। ਜੇ ਸੁਣਨ ਵਾਲਾ ਹੀ ਕੋਈ ਨਹੀਂ ਤੇ ਸੁਣਾਉਣ ਵਾਲਾ ਜਿੱਡਾ ਮਰਜੀ ਵਕਤਾ ਹੋਵੇ, ਯਦਵ ਵਕਤਾ ਸਰਵਵਿਤ ਅਰ ਸਰੋਤਾ ਖਲ ਹੋਏ। ਕਹਿੰਦੇ ਵਕਤਾ ਪੂਰਨ ਵਿਦਵਾਨ ਹੋਵੇ ਪਰ ਸਰੋਤੇ ਨੂੰ ਸਮਝ ਨਾ ਆਵੇ, ਸਰੋਤਾ ਹੋਵੇ ਹੀ ਕੋਈ ਨਾ, ਸਰੋਤੇ ਨੂੰ ਰੁਚੀ ਨਾ ਹੋਵੇ ਸੁਣਨ ਦੀ, ਉਹ ਵਕਤਾ ਕੀ ਬੋਲੇਗਾ, ਕੀ ਸੁਣਾਏਗਾ, ਕੰਧਾਂ ਨੂੰ ਸੁਣਾਏਗਾ। ਸੁਣਨ ਵਾਲੇ ਦੀ ਬੜੀ ਮਹਿਮਾ ਹੈ। 14 ਗੁਣ ਸੁਣਨ ਵਾਲੇ ਦੇ, 14 ਸੁਣਾਉਣ ਵਾਲੇ ਦੇ ਹਨ। ਸੁਣਨ ਵਾਲਾ ਸੁਣਾਉਣ ਵਾਲੇ ਨਾਲੋਂ ਵੀ ਸਿਆਣਾ ਹੋਣਾ ਚਾਹੀਦਾ, ਤਾਂ ਹੀ ਗੱਲ ਸਮਝੇਗਾ। ਨਹੀਂ ਤੇ ਕਈ ਵਾਰੀ ਮੈਂ ਦੇਖਿਆ ਵੀ ਪਹਿਲਾਂ ਤਾਂ ਇਉਂ ਦੇਖਦੇ ਰਹਿੰਦੇ ਆ ਜਿਵੇਂ ਗ੍ਰੰਥੀ ਸਿੰਘ ਨੂੰ ਡਾਂਗ ਮਾਰਨੀ ਹੁੰਦੀ ਹੈ। ਫਿਰ ਸਾਰੀ ਕਥਾ ਸੁਣ ਕੇ ਪੁੱਛਣਗੇ ਸੀਤਾ ਰਾਮਚੰਦਰ ਜੀ ਦੀ ਭੂਆ ਦੀ ਕੁੜੀ ਸੀ ਕਿ ਮਾਮੇ ਦੀ ਕੁੜੀ ਸੀ। ਉਹ ਕਹਿਣਗੇ ਕਥਾ ਸੁਣਾਈ ਇੱਕ ਵਿਦਵਾਨ ਨੇ, ਪੰਡਤ ਨੇ ਸਾਰੀ ਰਮਾਇਣ ਸੁਣਾਤੀ। ਸੁਣ ਸੁਣ ਕੇ ਮਹੀਨੇ ਪਿੱਛੋਂ, ਸਾਲ ਪਿੱਛੋਂ ਉਹਨੂੰ ਪੰਡਤ ਨੂੰ ਪੁੱਛਦਾ, ਕਹਿੰਦਾ ਰਾਵਣ ਰਾਖਸ਼ ਸੀ ਕਿ ਰਾਮ ਰਾਖਸ਼ ਸੀਗਾ। ਪੰਡਤ ਕਹਿੰਦਾ ਨਾ ਰਾਵਣ ਰਾਖਸ਼ ਸੀ ਤੇ ਨਾ ਰਾਮ ਰਾਖਸ਼ ਸੀ, ਮੈਂ ਹੀ ਰਾਖਸ਼ ਹਾਂ ਜਿਹੜੇ ਤੈਨੂੰ ਸੁਣਾਈ ਹੈ, ਵੀ ਮੈਂ ਹੀ ਗਲਤੀ ਕਰ ਬੈਠਾ। ਸੋ ਸਾਧ ਸੰਗਤ ਜੀ, ਸਰੋਤਾ ਜੇ ਪਿਆਰ ਨਾਲ ਸੁਣੇ, ਉਹਨੂੰ ਰੁਚੀ ਹੋਵੇ ਵੀ ਅੱਗੇ ਸੁਣਨਾ, ਤੇ ਫਿਰ ਸੁਣਾਉਣ ਵਾਲੇ ਦਾ ਮਨ ਖੁਸ਼ ਹੁੰਦਾ। ਭਾਈ ਰਾਮ ਕੋਇਰ ਜੀ ਕਹਿੰਦੇ ਸਰੋਤਾ ਜਨੋ ਤੁਹਾਨੂੰ ਤੁਹਾਨੂੰ ਗੁਰੂ ਦਾ ਪਿਆਰ ਹੈ, ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਦੀ ਕਥਾ ਸੁਣਨੀ ਚਾਹੁੰਦੇ ਹੋ। ਹਾਂਜੀ, ਜਿਨ ਬਹੁ ਸਿੱਖੀ ਧਰਮ ਨਿਭਾਇਓ। ਤੁਸੀਂ ਸਿੱਖੀ ਦਾ ਧਰਮ ਨਿਭਾ ਰਹੇ ਹੋ। ਸਿੱਖੀ ਇਹੀ ਹੈ ਵੀ ਆਪਣੇ ਗੁਰੂ ਦੀਆਂ ਗੱਲਾਂ ਸੁਣ ਕੇ ਮਨ 'ਚ ਖੁਸ਼ੀ ਹੋਵੇ। ਤੈਂ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ। ਇੰਨਾ ਚਾਹ ਹੋਵੇ ਵੀ ਸੁਣੀ ਜਾਈਏ, ਸੁਣੀ ਜਾਈਏ। ਜਿਹਦੇ ਨਾਲ ਪਿਆਰ ਹੈ ਉਹਦੀਆਂ ਗੱਲਾਂ ਸੁਣਨੀਆਂ। ਜਿਹੜੇ ਗੁਰੂ ਦੀ ਗੱਲ ਸੁਣ ਕੇ ਰਾਜੀ ਨਹੀਂ, ਸਮਝੋ ਗੁਰੂ ਨਾਲ ਪਿਆਰ ਕੋਈ ਨਹੀਂ। ਆਖੋ ਸ੍ਰੀ ਵਾਹਿਗੁਰੂ। WhatsApp ਦੇ ਉੱਤੇ, Facebook ਤੇ ਕੁੱਲ ਦੁਨੀਆ ਦੀ ਨਿੰਦਾ ਚੁਗਲੀ ਸਾਰਾ ਦਿਨ ਸੁਣੀ ਜਾਣਗੇ। ਉਹਨਾਂ ਨਾਲ ਪਿਆਰ ਹੈ ਤਾਂ ਹੀ ਸੁਣਦੇ ਹੋ। ਗੁਰੂ ਨਾਲ ਪਿਆਰ ਕੋਈ ਨਹੀਂ, ਗੁਰੂ ਦੀ ਗੱਲ ਸੁਣਦੇ ਕੋਈ ਨਹੀਂ। ਤੁਸੀਂ ਸਾਹਿਬ ਸਿੰਘ ਜੀ ਧੰਨ ਹੋ ਜਿਨ੍ਹਾਂ ਨੂੰ ਤੁਹਾਨੂੰ ਪਿਆਰ ਹੈ, ਗੁਰੂ ਸਾਹਿਬ ਦੀ ਕਥਾ ਸੁਣਨਾ ਚਾਹੁੰਦੇ। ਹਾਂਜੀ, ਜਨਮ ਸਫਲ ਆਪਣੋ ਕਰ ਲੀਨਸ। ਤੁਸੀਂ ਸਾਰੇ ਸਿੰਘਾਂ ਨੇ ਆਪਣਾ ਜਨਮ ਸਫਲਾ ਕੀਤਾ। ਪਹਿਲਾਂ ਦੇ ਪੰਜਾਬ ਚੋਂ ਹਜ਼ੂਰ ਸਾਹਿਬ ਗਏ, 10ਵੇਂ ਪਾਤਸ਼ਾਹ ਦੇ ਨਾਲ ਰਹੇ। ਕਲਗੀਆਂ ਵਾਲੇ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਦਾ ਕੌਤਕ ਵੇਖ ਕੇ ਬੈਰਾਗੀ ਹੋ ਗਏ। ਫਿਰ ਸਾਡੇ ਕੋਲ ਆ ਗਏ ਹੋ ਤੇ ਹੁਣ ਕਥਾ ਸੁਣ ਰਹੇ ਹੋ। ਤੁਹਾਡਾ ਜੀਵਨ ਸਫਲ ਹੈ, ਜਨਮ ਸਫਲ ਹੈ ਤੁਹਾਡਾ। ਹਾਂਜੀ, ਕਥਾ ਸੁਣਨ ਪਰ ਚਿਤ ਹਿਤ ਦੀਨਸ। ਜੋ ਪ੍ਰੇਮ ਨਾਲ ਕਥਾ ਸੁਣ ਰਹੇ ਹੋ, ਕਥਾ ਸੁਣਨ ਦੇ ਤੁਹਾਡੀ ਰੁਚੀ ਹੈ, ਤੁਹਾਡਾ ਪਿਆਰ ਹੈ, ਤੁਸੀਂ ਸ਼ੌਂਕ ਨਾਲ ਕਥਾ ਸੁਣਦੇ ਹੋ। ਹਾਂਜੀ, ਤੁਮਰੇ ਔਰ ਕੋ ਨਿਸ਼ਚਾ ਹੇਰੇ। ਤੁਹਾਡੇ ਮਨ ਦਾ ਨਿਸ਼ਚਾ ਵੇਖ ਕੇ ਨਾ ਸਾਨੂੰ ਜੀ ਕਰਦਾ ਤੁਹਾਨੂੰ ਸੁਣਾਈ ਜਾਈਏ। ਭਾਈ ਰਾਮ ਕੋਇਰ ਜੀ ਟਾਈਮ ਨਹੀਂ ਸੀ ਵੇਖਦੇ ਹੁੰਦੇ ਕਥਾ ਕਰਦੇ। ਅੱਜ ਕੱਲ੍ਹ ਤੇ ਹੁਣ ਸਾਨੂੰ ਘੜੀ ਵੱਲ ਦੇਖਣਾ ਪੈਂਦਾ ਬਈ ਜੇ ਭੋਗ ਲੇਟ ਹੋ ਗਿਆ, ਸੰਗਤ ਨੇ ਕਹਿਣਾ ਬਾਬਾ ਕੜਾਹ ਖਾਣ ਦਾ ਮਾਰਾ ਲੱਗਾ ਹੀ, ਹਟਦਾ ਹੀ ਕੋਈ ਨਹੀਂ। ਸਾਡੇ ਇੱਕ ਮਹਾਂਪੁਰਸ਼ ਸੀ, ਉਹ ਘੜੀ ਵੱਲ ਵੇਖਦੇ ਹੀ ਨਹੀਂ ਸੀ। ਕਥਾ ਕਰੀ ਜਾਣੀ, 2.5 ਘੰਟੇ 3 ਘੰਟੇ ਹੋ ਜਾਣੇ। ਤੇ ਮੇਰੇ ਵਰਗਿਆਂ ਨੇ ਆਖਣਾ ਬਾਬਾ ਜੀ ਸੋਚਦੇ ਆ ਵੀ ਸੰਗਤ ਚਲੀ ਜਾਵੇ, ਦੇ ਇਕੱਲਾ ਹੀ ਖਾਵਾਂਗਾ ਪਿੱਛੋਂ। ਪਰ ਸਾਧ ਸੰਗਤ ਜੀ, ਕਥਾ ਜਿਹੜੀ ਹੈ ਨਾ ਗੁਰੂ ਦੀ, ਜਦੋਂ ਹੁੰਦੀ ਹੈ ਫਿਰ ਸਮਾਂ ਭੁੱਲ ਜਾਂਦਾ।
ਭਾਈ ਰਾਮ ਕੌਰ ਜੀ ਕਥਾ ਕਰੀ ਜਾਂਦੇ, ਕਈ ਵਾਰੀ ਸਾਰੀ ਸਾਰੀ ਰਾਤ ਹੀ ਕਥਾ ਹੋਈ ਜਾਂਦੀ। ਸਾਹਿਬ ਸਿੰਘ ਲਿਖਾਰੀ ਲਿਖਦਾ ਰਹਿੰਦਾ ਨਾਲ ਨਾਲ, ਬਾਕੀ ਸਿੰਘ ਸੁਣਦੇ ਰਹਿੰਦੇ। ਰਮਦਾਸ ਪਿੰਡ ਦੀ ਗੱਲ ਹੈ। ਆ ਜਿੰਨਾ ਇਤਿਹਾਸ ਗੁਰੂ ਦਸਾਂ ਪਾਤਸ਼ਾਹੀਆਂ ਦਾ ਰਮਦਾਸ ਤੋਂ ਸ਼ੁਰੂ ਹੋਇਆ। ਤੇ ਕਿਹਨਾਂ ਨੇ ਸੁਣਾਇਆ? ਆਈ ਵਿਟਨੈਸ ਭਾਈ ਰਾਮ ਕੌਰ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ। ਹਾਂਜੀ, ਅਦਿਕ ਆਨੰਦ ਮਗਤੋ ਮੇਰੇ। ਬਾਬਾ ਰਾਮ ਕੌਰ ਜੀ ਕਹਿੰਦੇ, ਖਾਲਸਾ ਜੀ ਤੁਸੀਂ ਪਿਆਰ ਨਾਲ ਸੁਣਦੇ ਹੋ ਤੇ ਮੇਰੇ ਮਨ 'ਚ ਸੁਣਾਉਣ ਨੂੰ ਵੀ ਬੜਾ ਉਮੰਗ ਹੁੰਦੀ ਹੈ, ਵੀ ਸੁਣਾਈਏ। ਸਿੰਘ ਸੁਣਨਾ ਚਾਹੁੰਦੇ ਆ, ਇਹਨਾਂ ਨੂੰ ਗੁਰੂ ਨਾਲ ਪਿਆਰ ਹੈ। ਤੇ ਜਦੋਂ ਅਸੀਂ ਕਥਾ ਕਰਦੇ ਹਾਂ ਸਾਨੂੰ ਵੀ ਮਹਾਰਾਜ ਦੇ ਦਰਸ਼ਨ ਹੁੰਦੇ ਆ ਤੇ ਤੁਹਾਨੂੰ ਵੀ ਹੁੰਦੇ ਆ। ਹਾਂਜੀ, ਰੁਚਿ ਅਨੁਸਾਰ ਕਹੋ ਇਤਿਹਾਸਾ। ਭਾਈ ਰਾਮ ਕੌਰ ਜੀ ਕਹਿੰਦੇ, ਤੁਹਾਡੀ ਰੁਚੀ ਦੇ ਮੁਤਾਬਕ ਅਸੀਂ ਇਤਿਹਾਸ ਤੁਹਾਨੂੰ ਸਾਰਾ ਦਸਾਂ ਪਾਤਸ਼ਾਹੀਆਂ ਦਾ ਸੁਣਾ ਰਹੇ ਹਾਂ ਤੇ ਸੁਣੀ ਚੱਲੋ। ਅਸੀਂ ਤੁਹਾਨੂੰ ਕਲਗੀਧਰ ਪਾਤਸ਼ਾਹ ਤੱਕ ਸਾਰਾ ਹੀ ਸੁਣਾਵਾਂਗੇ। ਹਾਂਜੀ, ਸਰਬ ਖਾਲਸਾ ਸ਼ੁਭ ਸਭ ਪਾਸਾ। ਸਾਰਾ ਖਾਲਸਾ ਧਨ ਹੈ ਜਿਹੜਾ ਸੱਚੇ ਪਾਤਸ਼ਾਹ ਦੀ ਕਥਾ ਸੁਣ ਰਿਹਾ ਹੈ। ਹਾਂਜੀ, ਸ੍ਰੀ ਅਰਜਨ ਕੋ ਸੁਨੋ ਚਲਾਨਾ। ਹੁਣ ਤੁਸੀਂ ਪੁੱਛਿਆ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਵੇਂ ਜੋਤੀ ਜੋਤ ਸਮਾਏ, ਕਿਵੇਂ ਸ਼ਹੀਦੀ ਪਾਈ ਸੀ, ਉਹ ਤੁਹਾਨੂੰ ਸਾਰੀ ਕਥਾ ਹੁਣ ਸੁਣਾਵਾਂਗੇ। ਹਾਂਜੀ, ਪੁਨ ਸ੍ਰੀ ਹਰ ਗੋਬਿੰਦ ਅਖਿਆਨਾ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਂਬਲੀ ਜੋਧੇ ਸਤਿਗੁਰਾਂ ਦੀ ਕਥਾ ਸੁਣਾਵਾਂਗੇ। ਹਾਂਜੀ, ਪੂਰਬ ਵਿਆਹ ਹੋਣ ਕੀ ਕਥਾ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ ਦੀ ਕਥਾ ਆਵੇਗੀ। ਉਹ ਕਥਾ ਨਾਲ ਹੀ ਫਿਰ ਸ਼ਹੀਦੀ ਦਾ ਪ੍ਰਸੰਗ ਜੁੜ ਜਾਏਗਾ। ਹਾਂਜੀ, ਵਰਣਨ ਕਰੋ ਭਈ ਵਿਦ ਜਥਾ। ਕਿ ਜਿਵੇਂ ਮਹਾਰਾਜ ਦੇ ਰਿਸ਼ਤੇ ਹੋਏ, ਜਿਵੇਂ ਮਹਾਰਾਜ ਦਾ ਵਿਆਹ ਹੋਇਆ, ਕਿੱਥੇ ਵਿਆਹ ਹੋਇਆ, ਕਿੱਥੇ ਰਿਸ਼ਤਾ ਹੋਇਆ, ਉਹ ਸਾਰੀ ਕਥਾ ਸੁਣਾਵਾਂਗੇ। ਹਾਂਜੀ, ਤੁਰਕੇਸ਼ਰ ਕੇ ਸੰਗ ਸਿਲਮਾ ਮਿਲਾਪਨ। ਔਰ ਬਾਦਸ਼ਾਹ ਜਹਾਂਗੀਰ ਦੇ ਨਾਲ ਗੁਰੂ ਸਾਹਿਬ ਦੀ ਕਿੱਦਾਂ ਮੁਲਾਕਾਤ ਹੋਈ। ਚੰਦੂ ਪਾਪੀ ਕੋਪਨ ਖਾਪਨ। ਫਿਰ ਚੰਦੂ ਪਾਪੀ ਨੇ ਕਿਵੇਂ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਚੰਦੂ ਨੂੰ ਕਿਵੇਂ ਮਾਰਿਆ, ਉਹ ਇਤਿਹਾਸ ਹੁਣ ਸ਼ੁਰੂ ਹੋਵੇਗਾ। ਹਾਂਜੀ, ਦਿੱਲੀ ਪਤ ਕੇ ਰਹਿਬੇ ਸੰਗ। ਬਾਦਸ਼ਾਹ ਜਹਾਂਗੀਰ ਦੇ ਨਾਲ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਰਹੇ ਜਾ ਕੇ। ਧੌਲਪੁਰ, ਆਗਰਾ, ਗਵਾਲੀਅਰ, ਇਹਨਾਂ ਸਾਰੀ ਧਰਤੀ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਨੇ ਚਰਨ ਪਾਏ। ਬੜੀ ਲੀਲਾ ਕੀਤੀ, ਬੜੇ ਕੌਤਕ ਕੀਤੇ, ਉਹ ਸਾਰੀ ਕਥਾ ਸੁਣਾਵਾਂਗੇ। ਵਿਗੜ ਪਰੇ ਤਬ ਝੂਟੇ ਜੰਗ। ਜਦੋਂ ਫਿਰ ਬਾਦਸ਼ਾਹ ਦੇ ਨਾਲ ਵਿਗੜ ਪੈ ਗਈ, ਫਿਰ ਸ਼ਾਹਜਹਾਨ ਬਾਦਸ਼ਾਹ ਹੋਇਆ ਜਹਾਂਗੀਰ ਦਾ ਪੁੱਤਰ, ਉਹਦੇ ਨਾਲ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਜੰਗ ਸ਼ੁਰੂ ਹੋ ਗਏ। 4 ਜੰਗਾਂ ਹੋਈਆਂ, ਉਹ ਵੀ ਸੁਣਾਵਾਂਗੇ। ਹਾਂਜੀ, ਸੈਨਾ ਤੁਰਕਨ ਕੀ ਗਨ ਘਾਈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਂਬਲੀ ਗੁਰੂ ਹੋਏ, ਵੱਡ ਯੋਧਾ, ਬਹੁ ਪਰਉਪਕਾਰੀ। ਉਹਨਾਂ ਨੇ ਫਿਰ ਤੁਰਕਾਂ ਦੀਆਂ ਫੌਜਾਂ ਮਾਰ ਮਾਰ ਗਰਦ 'ਚ ਮਿਲਾ ਦਿੱਤੀਆਂ। ਪਹਿਲੀ ਜੰਗ 'ਚ 7000 ਤੁਰਕ ਮਾਰਿਆ, ਦੂਜੀ ਜੰਗ 'ਚ 14000 ਮਾਰਿਆ, ਤੀਜੀ 'ਚ 34000 ਮਾਰਿਆ, ਚੌਥੀ ਜੰਗ ਦੇ ਵਿੱਚ 78000 ਤੁਰਕ ਮਾਰਿਆ। ਏਦਾਂ ਮਾਰ ਮਾਰ ਤੁਰਕਾਂ ਦੇ ਢੇਰ ਲਾਤੇ ਸੱਚੇ ਪਾਤਸ਼ਾਹ ਨੇ। ਹਾਂਜੀ, ਬਚੇ ਸੂਰ ਸੇ ਗਏ ਪਲਾਈ। ਜਿਹੜੇ ਉਹਨਾਂ 'ਚੋਂ ਕੋਈ 2-4 ਬਚੇ ਉਹ ਭੱਜ ਕੇ ਗਏ, ਬਾਕੀ ਸਭ ਝਟਕ ਦਿੱਤੇ। ਹਾਂਜੀ, ਦੇਸ਼ ਮਾਲਵੇ ਮਹਿਗੁਰ ਗਏ। ਮਾਲਵੇ ਦੀ ਧਰਤੀ, ਬਠਿੰਡੇ ਦੇ ਇਲਾਕੇ 'ਚ ਮਹਾਰਾਜ ਛੇਵੇਂ ਪਾਤਸ਼ਾਹ, ਮੋਗਾ, ਬਠਿੰਡਾ, ਬਰਨਾਲਾ, ਇੱਧਰ ਵੀ ਚਰਨ ਪਾਏ ਗੁਰੂ ਹਰਗੋਬਿੰਦ ਸਾਹਿਬ ਨੇ। ਹਾਂਜੀ, ਅਨੇਕ ਬਿਲਾਸ ਕਰਤ ਤਹ ਭਏ। ਉੱਥੇ ਬੜੇ ਕੌਤਕ ਕੀਤੇ। ਮਾਲਵੇ ਦੀ ਧਰਤੀ ਤੇ ਤੀਜਾ ਜੰਗ ਵੀ ਲੜਿਆ ਮਹਾਰਾਜ ਦੀ ਧਰਤੀ ਤੇ। ਹਾਂਜੀ, ਇਤਿਹਾਸਕ ਸਤਿਗੁਰ ਕੀ ਕਥਾ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੀ ਕਥਾ ਬੜੀ ਵੱਡੀ ਹੈ। ਉਹ ਸੁਣੋ ਹੁਣ ਖਾਲਸਾ ਜੀ, ਅੱਗੇ ਸੁਣਾਇਆ ਕਰਾਂਗੇ ਤੁਹਾਨੂੰ। ਹਾਂਜੀ, ਭਈ ਜਥਾ ਮੈਂ ਵਰਨੋ ਤਥਾ। ਜਿਵੇਂ ਮਹਾਰਾਜ ਦੀ ਕਥਾ ਹੋਈ ਹੈ ਮੈਂ ਵਰਣਨ ਕਰਾਂਗਾ। ਭਾਈ ਰਾਮ ਕੌਰ ਸਾਹਿਬ ਜੀ ਕਹਿੰਦੇ ਹਨ। ਹਾਂਜੀ, ਮਹਾ ਮਹਾਤਮ ਸੁਨਬੇ ਕੇਰਾ। ਭਾਈ ਰਾਮ ਕੌਰ ਜੀ ਕਹਿੰਦੇ, ਖਾਲਸਾ ਜੀ ਇਸ ਕਥਾ ਨੂੰ ਸੁਣਨ ਦਾ ਬੜਾ ਮਹੱਤਵ ਹੈ। ਹਾਂਜੀ, ਸ਼ਰਧਾ ਸਹਿਤ ਨਾ ਹੋਏ ਜਗ ਫੇਰਾ। ਜੇ ਕੋਈ ਪੂਰੀ ਸ਼ਰਧਾ ਨਾਲ ਸੁਣ ਲਏ ਦਸਾਂ ਪਾਤਸ਼ਾਹੀ ਦੀ ਕਥਾ, ਉਹਦਾ ਜਨਮ ਮਰਨ ਕੱਟਿਆ ਜਾਏਗਾ। ਪੂਰੀ ਭਾਵਨਾ ਹੋਵੇ ਮਨ 'ਚ, ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਅਕਾਲ ਪੁਰਖ ਨਿਰਗੁਣ ਸਰਗੁਣ ਨਿਰੰਕਾਰ ਸੁਨ ਸਮਾਧੀ ਆਪ, ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪਰਮਾਤਮਾ ਹੀ ਆਇਆ ਦੁਨੀਆ ਉੱਤੇ। ਸਿਰਫ ਜਾਮਾ ਬੰਦੇ ਵਾਲਾ, ਮਨੁੱਖ ਵਾਲਾ ਧਾਰਨ ਕੀਤਾ, ਪਰ ਜੋਤ ਅਕਾਲ ਪੁਰਖ ਦੀ ਸੀ। ਆਖੋ ਸ੍ਰੀ ਵਾਹਿਗੁਰੂ।
ਮਨੁੱਖੀ ਸਰੀਰ ਧਾਰਨ ਕੀਤਾ ਮਹਾਰਾਜ ਨੇ, ਤਾਂ ਕੀਤਾ ਵੀ ਸਾਨੂੰ ਦਰਸ਼ਨ ਨਹੀਂ ਹੋ ਸਕਦੇ ਉਸ ਤੋਂ ਬਿਨਾਂ। ਸਾਨੂੰ ਦਰਸ਼ਨ ਮਨੁੱਖੀ ਜਾਮੇ 'ਚ ਹੋ ਸਕਦੇ ਆ, ਸਾਡੀ ਅੱਖ ਮਨੁੱਖੀ ਜਾਮੇ ਨੂੰ ਦੇਖ ਸਕਦੀ ਹੈ ਤਾਂ ਉਹ ਨਿਰੰਕਾਰ, ਪਰ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਅਕਾਲ ਪੁਰਖ ਨੇ ਸਾਨੂੰ ਦਰਸ਼ਨ ਦੇਣ ਲਈ ਮਨੁੱਖੀ ਜਾਮਾ ਸਾਡੇ ਵਰਗਾ ਹੀ 2 ਹੱਥਾਂ 2 ਪੈਰਾਂ ਵਾਲਾ ਸਰੀਰ ਧਾਰਨ ਕਰ ਲਿਆ। ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ 10 ਜਾਮੇ। ਜੇ ਕੋਈ ਇਹਨੂੰ ਇਹ ਸਮਝ ਲਵੇ ਵੀ ਇਹ ਪਰਮਾਤਮਾ ਦੀ ਕਥਾ ਹੈ, ਪਰਮੇਸ਼ਰ ਦੀ ਕਥਾ ਹੈ, ਸਰਗੁਣ ਸਰੂਪ ਅਕਾਲ ਪੁਰਖ ਦੀ ਕਥਾ ਹੈ, ਤਾਂ ਉਹਦੀ ਮੁਕਤੀ ਹੋ ਜਾਏਗੀ। ਇਸ ਗੱਲ 'ਚ ਕੋਈ ਸ਼ੰਕਾ ਨਹੀਂ ਹੈ। ਹਾਂਜੀ, ਸਤਿਗੁਰ ਕੋ ਪਦ ਪੰਕਜ ਪ੍ਰੇਮੋ, ਜਿਨ੍ਹਾਂ ਦੇ ਮਨ ਵਿੱਚ ਗੁਰੂ ਮਹਾਰਾਜ ਦੇ ਚਰਨ ਕਮਲਾਂ ਨਾਲ ਪ੍ਰੇਮ ਹੋਏਗਾ। ਧੰਨ ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ, 10 ਪਾਤਸ਼ਾਹੀ ਦੇ ਚਰਨਾਂ ਜਿਹਦੀ ਪ੍ਰੀਤੀ ਹੋਵੇਗੀ। ਵਧੈ ਦੇਤ ਜੋ ਜੋਗ ਸੋ ਛੇਮੂ, ਜਿਉਂ-ਜਿਉਂ ਕਥਾ ਸੁਣੇਗਾ ਪ੍ਰੇਮ ਵਧੇਗਾ ਤੇ ਉਹਦੇ ਨਾਲ ਜੋਗ ਵੀ ਹੋਵੇਗਾ, ਖੇਮ ਵੀ ਹੋਵੇਗਾ। ਜੋਗ ਦਾ ਮਤਲਬ ਹੁੰਦਾ ਜਿਹੜੀ ਚੀਜ਼ ਸਾਧ ਸੰਗਤ ਜੀ ਨਹੀਂ ਮਿਲੀ ਉਹ ਮਿਲ ਜਾਣੀ। ਜੋਗ ਦਾ ਮਤਲਬ ਹੁੰਦਾ 2 ਸ਼ਬਦ ਨੇ, ਜੋਗ ਖੇਮ। ਜਿਹੜੀ ਚੀਜ਼ ਸਾਨੂੰ ਚਾਹੀਦੀ ਹੈ ਪਰ ਸਾਡੇ ਕੋਲ ਹੈ ਨਹੀਂ, ਕੋਈ ਚੀਜ਼ ਚਾਹੀਦੀ ਹੈ ਨਹੀਂ, ਉਹ ਮਿਲ ਗਈ, ਸਮਝੋ ਜੋਗ ਹੋ ਗਿਆ। ਖੇਮ ਹੁੰਦਾ ਜਿਹੜੀ ਚੀਜ਼ ਮਿਲੀ ਹੋਈ ਹੈ ਉਹਦੀ ਸੇਫਟੀ ਹੋ ਗਈ। ਜਿਹੜੀ ਚੀਜ਼ ਸਾਨੂੰ ਨਹੀਂ ਮਿਲੀ ਅਜੇ ਤੱਕ ਉਹ ਮਿਲ ਜਾਵੇ, ਇਹਨੂੰ ਕਹਿੰਦੇ ਜੋਗ। ਜਿਹੜੀ ਚੀਜ਼ ਸਾਨੂੰ ਮਿਲੀ ਹੋਈ ਹੈ ਉਹ ਸੁਰੱਖਿਅਤ ਰਵੇ, ਉਹ ਸੇਵ ਰਵੇ, ਉਹਨੂੰ ਕਹਿੰਦੇ ਆ ਖੇਮ। ਯਾਨੀ ਜੇ ਕਿਸੇ ਨੂੰ ਬ੍ਰਹਮ ਗਿਆਨ ਨਹੀਂ ਹੋਇਆ ਤੇ ਕਥਾ ਸੁਣ ਕੇ ਹੋ ਜਾਏਗਾ, ਤੇ ਜੇ ਕਿਸੇ ਨੂੰ ਹੋਇਆ ਤੇ ਉਹਦਾ ਬਣਿਆ ਰਹੇਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਕਥਾ ਦੇ ਲਾਭ ਦੱਸੇ ਜਾ ਰਹੇ ਆ। ਜਿਹਨੂੰ ਬ੍ਰਹਮ ਗਿਆਨ ਨਹੀਂ ਹੋਇਆ ਉਹਨੂੰ ਹੋ ਜਾਏਗਾ, ਜੋਗ ਹੋ ਜਾਏਗਾ। ਜੋਗ ਬਣਿਆ ਤੇਰਾ ਕੀਰਤਨ ਗਾਈ, ਮਹਾਰਾਜ ਦੀ ਕਥਾ ਕਰਕੇ ਕੀਰਤਨ ਕਰਕੇ ਜੋਗ ਹੋ ਜਾਂਦਾ। ਔਰ ਜਿਹਨੂੰ ਹੋਇਆ ਉਹ ਸੁਣਦਾ ਰਵੇ, ਉਹਦਾ ਟਿਕਿਆ ਰਹੇਗਾ, ਉਹਦੇ ਅੰਦਰ ਗੁਰੂ ਪਿਆਰ ਬਣਿਆ ਰਹੇਗਾ। ਜੋ ਦੁਨਿਆਵੀ ਚੀਜ਼ਾਂ ਨਹੀਂ ਮਿਲੀਆਂ ਉਹ ਵੀ ਮਿਲ ਜਾਣਗੀਆਂ, ਜਿਹੜੀਆਂ ਮਿਲੀਆਂ ਹੋਈਆਂ ਨੇ ਉਹਨਾਂ ਦੀ ਵੀ ਸੇਫਟੀ ਰਹੇਗੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹਾਂਜੀ, ਸੁਤਬਿਤ ਆਦ ਕਾਮਨਾ ਜੋਈ, ਜਿਹੋ ਜੀ ਕੋਈ ਭਾਵਨਾ ਲੈ ਕੇ ਕੋਈ ਪੁੱਤਰ ਚਾਹੁੰਦਾ, ਪੁੱਤਰ ਹੋਵੇ ਮੇਰੇ ਘਰ, ਕਥਾ ਸੁਣੇ, ਮਹਾਰਾਜ ਕਹਿੰਦੇ ਪੁੱਤਰ ਵੀ ਹੋਵੇਗਾ। ਜੇ ਕੋਈ ਧਨ ਪਦਾਰਥ ਚਾਹੁੰਦਾ, ਕਾਰੋਬਾਰ ਚਾਹੁੰਦਾ, ਮੈਨੂੰ ਮਹਾਰਾਜ ਰੋਟੀ ਖੁੱਲੀ ਦਿਓ, ਪ੍ਰਸ਼ਾਦੇ ਦਿਓ, ਮਾਇਆ ਦੇ ਗੱਫੇ ਦਿਓ, ਤੇ ਮਹਾਰਾਜ ਦੀ ਕਥਾ ਸੁਣੇ, ਉਹਨੂੰ ਇਹ ਵੀ ਮਿਲ ਜਾਏਗਾ। ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਤੱਕ ਪਰਮਾਤਮਾ ਦਾ ਰੂਪ ਹੈ, ਉਹਨਾਂ ਦੀ ਕਥਾ ਹੈ, ਕੋਈ ਆਮ ਕਿਸੇ ਬੰਦੇ ਦੀ ਕਥਾ ਥੋੜਾ। ਇਹ ਅਕਾਲ ਪੁਰਖ ਦੇ ਪਰਮੇਸ਼ਰ ਦੇ ਸਰੂਪ ਸਤਿਗੁਰਾਂ ਦੀ ਕਥਾ। ਜੋ ਕੋਈ ਸੁਣੇਗਾ, ਜੋ ਇਹ ਕਥਾ ਸੁਣੇ ਅਰ ਗਾਵੇ, ਦੁੱਖ ਪਾਪ ਤੇ ਨਿਕਟ ਨਾ ਆਵੇ। ਭਾਈ ਰਾਮ ਕੋਇਰ ਜੀ ਕਹਿੰਦੇ ਸਾਰੀਆਂ ਕਾਮਨਾ ਪੂਰੀਆਂ ਹੋਣਗੀਆਂ। ਸਰੋਤਨ ਕੋ ਸਭ ਦੇਵਤ ਸੋਈ, ਭਾਈ ਰਾਮ ਕੋਇਰ ਜੀ ਕਹਿੰਦੇ ਇਹ ਕਥਾ ਸਰੋਤਿਆਂ ਨੂੰ ਸਾਰੇ ਫਲ ਦੇਵੇਗੀ। ਦੇਹ ਅਰੋਗ ਰੋਗ ਕੋ ਘਾਤਕ, ਜੇ ਕਿਸੇ ਦੇ ਸਰੀਰ ਨੂੰ ਬਿਮਾਰੀ ਲੱਗੀ, ਰੋਗ ਲੱਗਾ, ਕਥਾ ਸੁਣੇ ਰੋਗ ਕੱਟੇ ਜਾਣਗੇ। ਹਾਂਜੀ, ਅਨੇਕ ਭਾਂਤ ਕੇ ਪਾਤਕ ਹਾਤਕ, ਤੇ ਜੇ ਕਿਸੇ ਜਨਮਾਂ ਦੇ ਬੜੇ ਪਾਪ ਕੀਤੇ ਨੇ ਉਹ ਪਾਪ ਵੀ ਕੱਟੇ ਜਾਣਗੇ। ਕਥਾ ਸੁਣਨ ਨਾਲ ਪਾਪ ਮਿਟਦੇ ਆ, ਨਾਮ ਜਪਣ ਨਾਲ ਪਾਪ ਮਿਟਦੇ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਹਾਂਜੀ, ਮ੍ਰਿਤਕ ਪਿਛਾਰੀ ਵਰਨੰ ਜੋਏ, ਜੇ ਕੋਈ ਪ੍ਰਾਣੀ ਤੁਹਾਡਾ ਬਜ਼ੁਰਗ ਚੜ੍ਹਾਈ ਕਰ ਗਿਆ ਹੈ, ਉਹਦੇ ਵਾਸਤੇ ਉਹਦੇ ਨਿਮਿਤ ਵੀ ਕਥਾ ਕਰੇ ਜਾਂ ਸੁਣੇ, ਉਹਦਾ ਪ੍ਰਾਣੀ ਦਾ ਵੀ ਭਲਾ ਹੋਵੇਗਾ। ਹਾਂਜੀ, ਤੇ ਪਰਲੋਕ ਵਿਖਿਆਗਤ ਹੋਏ, ਉਹ ਪ੍ਰਾਣੀ ਦੀ ਪਰਲੋਕ ਵਿੱਚ ਮੁਕਤੀ ਹੋਵੇਗੀ। ਕਥਾ ਸੁਣਨ ਵਾਲੇ ਨੂੰ ਇਹ ਫਲ ਮਿਲੇਗਾ ਕਿ ਉਹਦੇ ਪਿੱਤਰ ਵੀ ਤਰ ਜਾਣਗੇ। ਸੰਕਟ ਸਕਲ ਨਾਸ਼ਕੋ ਕਰਤਾ, ਇਹ ਮਹਾਰਾਜ ਦਾ ਇਤਿਹਾਸ ਹੈ ਜਿਹੜਾ 10 ਪਾਤਸ਼ਾਹੀਆਂ ਦਾ। ਸਾਰੇ ਹੀ ਵਿਘਨ ਕੱਟਦਾ ਹੈ, ਸਾਰੇ ਸੰਕਟ ਮਿਟਾਉਂਦਾ ਹੈ, ਸਾਰੇ ਕਸ਼ਟ ਦੂਰ ਹੁੰਦੇ 10 ਗੁਰੂਆਂ ਦਾ ਇਤਿਹਾਸ ਸੁਣਨ ਨਾਲ। ਮਹਾ ਧਰਮ ਕੋ ਔਰ ਮਹਿ ਧਰਤਾ, ਮਹਾਨ ਧਰਮ ਦੀ ਪ੍ਰਾਪਤੀ ਹੋਵੇਗੀ। ਧਰਮ ਦੀ ਪ੍ਰਾਪਤੀ ਸਾਧ ਸੰਗਤ ਜੀ ਬੜੀ ਵੱਡੀ ਚੀਜ਼ ਹੈ, ਪਰ ਧਰਮ ਮਿਲਦਾ ਕਿਵੇਂ ਹੈ? ਕੀਰਤਨ ਕਥਾ ਸੁਣ ਕੇ ਹੀ। ਪਰ ਜੇ ਆਪਾਂ ਕਦੀ ਗੱਲ ਸੁਣੀ ਨਹੀਂ, ਆਪਾਂ ਨੂੰ ਕੀ ਪਤਾ ਲੱਗਣਾ? ਕੋਈ ਵੀ ਚੀਜ਼ ਹੈ ਪਹਿਲਾਂ ਆਪਾਂ ਸੁਣਦੇ ਹਾਂ ਫਿਰ ਖਰੀਦਦੇ ਹਾਂ ਬਾਜ਼ਾਰ ਚੋਂ। ਜੇ ਆਪਾਂ ਨੂੰ ਸੁਣੀ ਨਹੀਂ ਕਿਸੇ ਚੀਜ਼ ਦੀ, ਪਤਾ ਹੀ ਨਹੀਂ, ਫਿਰ ਆਪਾਂ ਉਹਦੇ ਗਾਹਕ ਕੀ ਬਣਾਂਗੇ?
ਧਰਮ ਦੇ ਗਾਹਕ ਬਣਨਾ ਹੈ ਤਾਂ ਪਹਿਲਾਂ ਧਰਮ ਬਾਰੇ ਸੁਣ ਤਾਂ ਲਓ। ਕਥਾ ਸੁਣਨ ਨਾਲ ਧਰਮ ਦੀ ਪ੍ਰਾਪਤੀ ਹੋਵੇਗੀ। ਹਾਂਜੀ, ਸ਼ਰਧਾ ਕਰ ਜੋ ਸੁਨੈ ਸੁਨਾਵੈ। ਜਿਹੜਾ ਸ਼ਰਧਾ ਨਾਲ ਕਥਾ ਸੁਣੇਗਾ ਤੇ ਸ਼ਰਧਾ ਨਾਲ ਹੀ ਸੁਣਾਵੇਗਾ। ਅੰਤ ਸਮੇਂ ਗੁਰ ਤੇ ਗਤ ਪਾਵੈ। ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਜੀ ਅੰਤ ਸਮੇਂ ਦੀ ਬਾਹ ਫੜਨਗੇ। ਇਹ ਬਚਨ ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਪੜਪੋਤਰੇ ਮਹਾਂਪੁਰਸ਼ ਭਾਈ ਰਾਮ ਕੋਇਰ ਜੀ ਕਹਿ ਰਹੇ ਹਨ। ਇਹ ਉਹਨਾਂ ਮਹਾਂਪੁਰਸ਼ਾਂ ਦੇ ਬਚਨ ਹਨ ਸਾਧ ਸੰਗਤ ਜੀ, ਵੀ ਜਿਹੜਾ ਗੁਰੂ ਸਾਹਿਬ ਦੀ ਕਥਾ ਸੁਣੇ ਔਰ ਸੁਣਾਵੇ ਉਹਨੂੰ ਅੰਤ ਸਮੇਂ ਗੁਰੂ ਨਾਨਕ ਸਾਹਿਬ ਜਮਾਂ ਤੋਂ ਛੁਡਾ ਲੈਣਗੇ, ਉਹਦੇ ਪਾਪ ਕੱਟੇ ਜਾਣਗੇ, ਉਹਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ, ਉਹਦੀ ਜੀਵ ਆਤਮਾ ਪਰਮਾਤਮਾ 'ਚ ਲੀਨ ਹੋ ਜਾਏਗੀ। ਹੁਣ ਭਾਈ ਸਾਹਿਬ ਜੀ ਕਥਾ ਸੁਣਾਉਣਗੇ ਭਾਈ ਰਾਮ ਕੋਇਰ ਜੀ, ਕਿਵੇਂ ਗੁਰੂ ਅਰਜਨ ਦੇਵ ਜੀ ਦਾ ਰਿਸ਼ਤਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰਿਸ਼ਤਾ, ਪਹਿਲਾਂ ਚੰਦੂ ਦੀ ਬੇਟੀ ਦਾ ਰਿਸ਼ਤਾ ਆਇਆ, ਉਹ ਰਿਸ਼ਤਾ ਹੁੰਦਿਆਂ ਹੁੰਦਿਆਂ ਰੁਕਿਆ ਤੇ ਫਿਰ ਡੱਲੇ ਪਿੰਡ ਰਿਸ਼ਤਾ ਹੋਇਆ, ਉਹ ਵਿਆਹ ਦਾ ਪ੍ਰਸੰਗ ਆਵੇਗਾ। ਉਸ ਤੋਂ ਬਾਅਦ ਚੰਦੂ ਦਾ ਵਿਰੋਧ ਤੇ ਗੁਰੂ ਸਾਹਿਬ ਦੀ ਸ਼ਹੀਦੀ ਦਾ ਪ੍ਰਸੰਗ ਚੱਲੇਗਾ। ਇਹ ਲਗਭਗ 2-2.5 ਮਹੀਨੇ ਇਸੇ ਪ੍ਰਸੰਗ ਦੇ ਉੱਤੇ ਹੀ ਲੱਗ ਜਾਣੇ ਆ। ਸੰਗਤਾਂ ਨੂੰ ਬੇਨਤੀ ਹੈ ਭਾਈ ਸਮੇਂ ਨਾਲ ਗੁਰੂ ਘਰ ਆਇਆ ਕਰੋ। ਇਹ ਮਨੁੱਖਾ ਜਨਮ ਜਿਹੜਾ ਸਵਾਸ ਜਾ ਰਹੇ ਨੇ ਨਾ, ਇਹ ਰੁਕਣਾ ਨਹੀਂ ਟਾਈਮ। ਬੰਦੇ ਨੂੰ ਟਾਈਮ ਮਿਲਣਾ ਕੋਈ ਨਹੀਂ, ਕੱਢਣਾ ਪੈਂਦਾ ਟਾਈਮ। ਗੁਰੂ ਕੇ ਚਰਨਾਂ 'ਚ ਬਹਿ ਕੇ ਕਥਾ ਸੁਣ ਕੇ ਆਪਣੇ ਵਾਸਤੇ ਵੀ ਕੁਝ ਕਰ ਲਈਏ। ਆਪਾਂ ਜਿੰਨਾ ਕੁਝ ਕਰ ਰਹੇ ਹਾਂ ਨਾ ਦੂਜਿਆਂ ਵਾਸਤੇ ਹੀ ਕਰੀ ਜਾਂਦੇ ਆ। ਕਮਾਈ ਕਰਕੇ ਰੱਖ ਜਾਣੀ ਹੈ, ਪਤਾ ਨਹੀਂ ਕਹਿੰਦੇ ਸਾਂਭਣੀ ਹੈ ਕਿ ਨਹੀਂ ਸਾਂਭਣੀ। ਜਿਹੜੀ ਨਾਮ ਬਾਣੀ ਦੀ ਕਮਾਈ, ਕਥਾ ਕੀਰਤਨ ਦੀ ਕਮਾਈ ਹੈ, ਇਹ ਆਪਣੇ ਕੰਮ ਆਉਣੀ ਹੈ, ਇਹ ਆਪਣੀ ਰੂਹ ਦੇ ਕੰਮ ਆਉਣੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਕਮਾ। ਹੇ ਗੋਬਿੰਦ, ਹੇ ਗੋਪਾਲ।